श्री गुरु नानक पद पंकज बंदन पद पंकज बंदना सिमरो अंगद दोख निकंदन दोख कंदना अमरदास गौर हृदय हृदय श्री गुरु रामदास गुण गाओ श्री गुरु रामदास गुण गुरु अर्जन विघ्नन के नाश विघ्नन के नाश गुरु हर गोबिंद शुभ मत प्रकाश शुभ मत पर गुरु हर राय नमो कर जोरी नमो कर गुरु हर कृष्ण मनाए तेग बहादुर परम कृपाला जी परम गुरु गोबिंद सिंह विशाल गुरु गोबिंद सिंह तरों तरापुर पुन पुन सीसा जी बंदों बार बार जगदीश बंदों बार बार जगदीश। श्री गुरु तेग बहादुर महाराज जी दे पावन पवित्र अस्थान गुरुद्वारा सीसगंज साहिब विखे श्री गुरु ग्रंथ साहिब महाराज जी की पावन पवित्र हजूरी अंदर जुड़ बैठी गुरु प्यारी साध संगत जी, आपां हुण ताईं श्री गुरु अमरदास महाराज जी का सिखां दे नाल जिहड़े सवाल जवाब चल रहे सी वो श्रवण कर रहे सी। हुण जिहड़ी अज दी कथा आरंभ होनी है ये श्री गुरु रामदास जी महाराज उन्हां दे मुढ़ले जीवन की आरंभ की जिहड़ी कथा है उहदी आपां सांझ पावांगे। आओ गुरु जी वल्लों बख्शे हुए गुरमंत्र नाल सांझ पाउंदे हुए कथा की आरंभता करिए। सतनाम श्री वाहिगुरु साहिब जी सतनाम श्री वाहिगुरु साहिब जी। ठीक नहीं हुआ जी, ठीक है ना जोर लगता है। विषय अगन को नीर सम दास भीर कट देत। ਇਹਦੇ ਵਿੱਚ ਕਵੀ ਜੀ ਦੱਸਦੇ ਨੇ ਜਿਹੜੀ ਵਿਸ਼ਿਆਂ ਦੀ ਅਗਨੀ ਹੈ ਉਹ ਪਾਣੀ ਦੇ ਸਮਾਨ ਹੈ ਤੇ ਗੁਰੂ ਅਮਰਦਾਸ ਜੀ ਮਹਾਰਾਜ ਦਾਸਾਂ ਦੇ ਦੁੱਖ ਕੱਟ ਦੇਣ ਵਾਲੇ ਸਤਿਗੁਰੂ ਹਨ। ਅਮਰਦਾਸ ਗੁਰ ਪਦ ਪਦਮ ਬੰਦੋ ਨਿਤਿਨ ਨੇਤ। ਮੈਂ ਕਹਿੰਦੇ ਮਹਾਰਾਜ ਕਹਿੰਦੇ ਨੇ ਕਵੀ ਜੀ ਕਹਿੰਦੇ ਮੈਂ ਮਹਾਰਾਜ ਜੀ ਦੇ ਚਰਨਾਂ ਨੂੰ ਨਿਤਾ ਪ੍ਰਤ ਨਮਸਕਾਰ ਕਰਦਾ ਹਾਂ। ਸਭ ਪੁਰ ਹਰਖ ਅਚਾਨਕ ਲਹਿਓ ਨਦੀਨ ਨੀਰ ਚੀਰ ਹੈ ਭਇਓ। ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਆਏ ਨੇ। ਇਵੇਂ ਲੱਗਦਾ ਹੈ ਜਿਵੇਂ ਸਾਰੇ ਦਾ ਸਾਰਾ ਨਗਰ ਖੁਸ਼ੀਆਂ ਨਾਲ ਭਰ ਗਿਆ ਹੋਵੇ। ਕਵੀ ਜੀ ਕਹਿੰਦੇ ਨੇ ਇਵੇਂ ਲੱਗ ਰਿਹਾ ਹੈ ਜਿਵੇਂ ਨਹਿਰਾਂ ਦੁੱਧ ਦੇ ਨਾਲ ਭਰ ਗਈਆਂ ਹੋਣ। सने सने पे बड़े कृपाला
ਬੁੱਧ ਬਿਲੰਦ ਨਿਕੰਦਨ ਕਾਲਾ। ਐਵੇਂ ਸਮਝੋ ਹੌਲੀ ਹੌਲੀ ਸ੍ਰੀ ਗੁਰੂ ਮਹਾਰਾਜ ਜੀ ਸ੍ਰੀ ਗੁਰੂ ਰਾਮਦਾਸ ਜੀ ਨੇ ਲਾਹੌਰ ਵਿਖੇ ਪ੍ਰਕਾਸ਼ ਲਿਆ, ਜਨਮ ਲਿਆ ਹੈ। ਹੌਲੀ ਹੌਲੀ ਗੁਰੂ ਰਾਮਦਾਸ ਜੀ ਮਹਾਰਾਜ ਵੱਡੇ ਹੋ ਰਹੇ ਹਨ। ਪਾਸ ਬੁਲਾਏ ਕਹਿਓ ਹਰਦਾਸ, ਕਾਮ ਕਰੋ ਘਰ ਕੋ ਸੁਖ ਰਾਸ। ਮਹਾਰਾਜ ਜੀ ਦੇ ਪਿਤਾ ਜੀ ਦਾ ਨਾਮ ਭਾਈ ਹਰਦਾਸ ਜੀ ਹੈ। ਜਿਵੇਂ ਬੱਚਾ ਵੱਡਾ ਹੁੰਦਾ ਹੈ, ਉਹਨਾਂ ਆਪਣੇ ਪੁੱਤਰ ਨੂੰ ਸੱਦਿਆ, ਕਹਿੰਦੇ ਬੇਟਾ ਤੁਸੀਂ ਹੁਣ ਵੱਡੇ ਹੋ ਗਏ ਹੋ, ਤੁਹਾਨੂੰ ਹੁਣ ਘਰ ਦੇ ਕੰਮ ਸੰਭਾਲਣੇ ਚਾਹੀਦੇ ਹਨ। ਖੇਲਣ ਕੇ ਦਿਨ ਖੇਲ ਗਏ हैं, ਜਾਂ ਤੇ ਮੈਂ ਬਾਚੋ ਤੋਹੇ ਕਹੇ हैं। ਹੁਣ ਤੁਹਾਡੇ ਖੇਲਣ ਦੇ ਦਿਨ ਚਲੇ ਗਏ ਨੇ, ਇਸੇ ਕਰਕੇ ਮੈਂ ਤੁਹਾਨੂੰ ਬਚਨ ਕਹਿ ਰਿਹਾ, ਹੁਣ ਕਮਾਈ ਕਰੋ। ਅਸੀਂ ਵੇਖਦੇ ਹਾਂ ਜਦੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਵੱਡੇ ਹੋਏ, ਪਿਤਾ ਮਹਿਤਾ ਕਾਲੂ ਜੀ ਨੇ ਕਿਹਾ, ਕਹਿੰਦੇ ਬੇਟਾ ਹੁਣ ਖੇਲਣ ਦੇ ਦਿਨ ਚਲੇ ਗਏ ਨੇ, ਹੁਣ ਵਪਾਰ ਕਰੋ। ਤੇ ਮਹਾਰਾਜ ਜੀ ਦਾ ਸ਼ੁਰੂ ਤੋਂ ਹੀ ਸੁਭਾਅ, ਉਹਨਾਂ ਸ਼ਬਦ ਕਿਹਾ ਸੱਚਾ ਸੌਦਾ ਕਰੋ। ਮਹਾਰਾਜ ਜੀ ਅਗੰਮੀ ਰੂਹ ਸਨ, ਘਰੋਂ ਲੈ ਕੇ ਤੁਰੇ ਪੈਸੇ, ਪਰ ਰਾਹ 'ਚ ਜਾਂਦਿਆਂ ਜਾਂਦਿਆਂ ਜਦੋਂ ਵੇਖਦੇ ਨੇ ਕੋਈ ਐਸੇ ਲੋਕ ਜਿਨ੍ਹਾਂ ਨੇ ਕਈ ਦਿਨਾਂ ਤੋਂ ਲੰਗਰ ਨਹੀਂ ਸੀ ਛਕਿਆ, ਭੁੱਖ ਦੇ ਨਾਲ ਵਿਹਵਲ ਸਨ। ਔਰ ਸਭ ਤੋਂ ਵੱਡਾ ਧਰਮ ਹੀ ਇਹ ਹੈ, ਕਿਸੇ ਭੁੱਖੇ ਨੂੰ ਲੰਗਰ ਛਕਾ ਦੇਣਾ, ਘੱਟੋ ਘੱਟ ਉਹਦੀ ਜਾਨ ਬਚ ਜਾਏਗੀ। ਫਿਰ ਜਿਹਦੀ ਜਾਨ ਬਚ ਜਾਏਗੀ ਉਹ ਪ੍ਰਭੂ ਦੀ ਬੰਦਗੀ ਵੀ ਕਰ ਸਕੇਗਾ। ਇਸ ਕਰਕੇ ਗੁਰਬਾਣੀ ਵਿੱਚ ਵੀ ਸ਼ਬਦ ਆਉਂਦੇ ਨੇ। ਭਗਤ ਕਬੀਰ ਜੀ ਤੇ ਕਹਿੰਦੇ ਨੇ, ਕਹਿੰਦੇ ਹੇ ਪ੍ਰਮਾਤਮਾ, ਇਹ ਸਭ ਤੋਂ ਪਹਿਲਾਂ ਮੈਨੂੰ ਪ੍ਰਸ਼ਾਦਾ ਦੇ। ਕਹਿੰਦੇ ਅਗਰ ਪ੍ਰਸ਼ਾਦਾ ਨਹੀਂ ਤੇ ਦਿੰਦਾ, ਆਪਣੀ ਇਹ ਮਾਲਾ ਆਪਣੀ ਲੀਜੈ, ਆਪਣੀ ਮਾਲਾ ਤੂੰ ਲੈ ਲੈ। ਭੁੱਖੇ ਭਗਤ ਨਾ ਕੀਜੈ, ਇਹ ਮਾਲਾ ਆਪਣੀ ਲੀਜੈ। ਇਹਦੇ ਵੈਸੇ ਵਿਦਵਾਨ ਹੋਰ ਤਰੀਕਿਆਂ ਨਾਲ ਵੀ ਅਰਥ ਕੱਢਦੇ ਨੇ, ਪਰ ਅਸਲ ਦੇ ਵਿੱਚ ਇਹਦੇ ਇਹ ਵੀ ਅਰਥ ਨੇ ਵੀ ਜਦੋਂ ਤਾਈਂ ਸਰੀਰ ਭੁੱਖਾ ਹੈ, ਉਦੋਂ ਤਾਈਂ ਬੰਦਗੀ ਨਹੀਂ ਹੋ ਸਕਦੀ ਹੈ। ਸਤ ਬਚਨ ਜੋ ਕਹੋ ਸੋ ਕਰਹੂੰ, ਮੈਂ ਰਾਵਰ ਕੇ ਸਦ ਅਨਸਰਹੂੰ। ਮਹਾਰਾਜ ਜੀ ਕਹਿਣ ਲੱਗੇ, ਪਿਤਾ ਜੀ ਜਿਵੇਂ ਤੁਹਾਡੇ ਬਚਨ ਨੇ ਮੈਂ ਉਵੇਂ ਕਰਾਂਗਾ, ਤੁਹਾਡੀ ਸਿੱਖਿਆ ਤੋਂ ਕਦੇ ਵੀ ਬਾਹਰ ਨਹੀਂ ਜਾਵਾਂਗਾ। ਨਿਸ ਬੀਤੀ ਤਬ ਭਇਓ ਸਕਾਰੇ, ਚਨਕ ਉਦਕ ਸਨ ਮਾਤ ਉਭਾਰੇ। ਹੁਣ ਘਰ ਦੇ ਵਿੱਚ ਇੰਨਾ ਤਕੜਾ ਕੰਮ ਨਹੀਂ ਸੀ, ਗਰੀਬੀ ਸੀ। ਮਾਤਾ ਨੇ ਕੀ ਕੀਤਾ, ਛੋਲੇ ਰਾਤ ਨੂੰ ਭੇ ਤੇ ਸਵੇਰੇ ਛੋਲਿਆਂ ਨੂੰ ਉਬਾਲ ਲਿਆ, ਤੇ ਉਹ ਚਣਿਆਂ ਨੂੰ ਉਬਾਲ ਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਦੇ ਦਿੱਤਾ ਹੈ। ਭਰ ਚੰਗੇਰ ਸੁੱਤ ਕੇ ਕਰ ਦੀਨੀ, ਵੇਚੋ ਪੁੱਤਰ ਲਾਭਤਾ ਚੀਨੀ। ਚੰਗੇਰ ਭਰ ਕੇ ਛੋਲਿਆਂ ਦੀ ਦਿੱਤੀ। ਮਾਤਾ ਕਹਿੰਦੀ ਬੇਟਾ ਜਾਓ, ਵੇਚੋ ਇਹਨਾਂ ਨੂੰ, ਲਾਭ ਖੱਟ ਕੇ ਲੈ ਕੇ ਆਓ। ਲਾਭ ਲਿਆਓਗੇ, ਘਰ ਦਾ ਖਰਚਾ ਚੱਲ ਪਏਗਾ। ਚੰਗੇਰ ਭਰ ਕੇ ਛੋਲਿਆਂ ਦੀ ਮਹਾਰਾਜ ਚੱਲ ਪਏ ਹਨ। ਲੈ ਕਰ ਗਏ ਬਾਜ਼ਾਰ ਕਿਰਪਾਲਾ, ਹੋਕਾ ਦੇਵਤ ਮਧੁਰ ਵਸਾਲਾ। ਮਹਾਰਾਜ ਬਾਜ਼ਾਰ ਵਿੱਚ ਲੈ ਕੇ ਗਏ, ਹੋਕਾ ਦਿੰਦੇ ਨੇ, ਬੱਚੇ ਨੇ ਅਜੇ ਗੁਰੂ ਤੇ ਨਹੀਂ ਬਣੇ, ਬੱਚੇ ਨੇ, ਹੋਕਾ ਦਿੰਦੇ ਨੇ, ਭਾਈ ਕਿਸੇ ਨੂੰ ਛੋਲੇ ਚਾਹੀਦੇ ਨੇ ਲੈ ਲਵੋ। ਜਿਵੇਂ ਆਮ ਅਸੀਂ ਵੇਖਦੇ ਹਾਂ ਵੇਚਣ ਵਾਲੇ ਆਉਂਦੇ ਨੇ, ਹੋਕਾ ਦੇ ਦੇ ਕੇ ਆਪਣਾ ਮਾਲ ਵੇਚਦੇ ਹਨ। ਇੱਕ ਸਾਧੂ ਤਿਨ ਲਿਓ ਬੁਲਾਈ, ਹਮੇ ਦੇਹੋ ਇਉ ਗਿਰਾ ਅਲਾਈ। ਇੱਕ ਸਾਧੂ ਸੀ, ਕੋਲ ਲੰਘ ਰਿਹਾ ਸੀ ਬਾਜ਼ਾਰ ਵਿੱਚ। ਮਹਾਰਾਜ ਜੀ ਨੂੰ ਕਹਿੰਦੇ ਕਿੱਧਰ ਚੱਲੇ? ਕਹਿੰਦੇ ਛੋਲੇ ਵੇਚ ਰਹੇ ਆ। ਕਹਿੰਦੇ ਮੈਨੂੰ ਦੇ ਦਿਓ। ਮਹਾਰਾਜ ਜੀ ਨੂੰ ਉਹ ਇਸ ਤਰੀਕੇ ਨਾਲ ਵੀ ਮੈਨੂੰ ਭੁੱਖ ਲੱਗੀ ਹੈ, ਇਹ ਜੋ ਤੁਹਾਡੇ ਕੋਲ ਹੈ ਮੈਨੂੰ ਦੇ ਦਿਓ। ਸੁਣ ਇੱਕ ਮੁਸ਼ਟ ਲੱਗੇ ਭਰ ਦੇਨ, ਹਮੇ ਨਾ ਚਾਹੇ ਏਕ ਕੀ ਲੈਨ। ਹੁਣ ਉਹਨਾਂ ਨੇ ਚਲੋ ਇੱਕ ਮੁੱਠੀ ਭਰੀ, ਕਹਿੰਦੇ ਲੈ ਭਾਈ ਤੂੰ ਲੈ ਲਾ।
ਹੁਣ ਉਹ ਕਹਿੰਦਾ ਇੱਕ ਨਹੀਂ ਚਾਹੀਦੀ, ਮੈਨੂੰ ਜ਼ਿਆਦਾ ਚਾਹੀਦੇ ਹਨ। ਇਸ ਵਿਦ ਦੁਐ ਤ੍ਰੈ ਦੇਹ ਨਾ ਲੇਵੈ, ਸਕਲ ਚੰਗੇਰ ਪਲਟ ਦੀ ਏਵੇਂ। ਦੋ ਦਿੱਤੀਆਂ, ਦੋ ਵੀ ਨਾ ਲਈਆਂ, ਫਿਰ ਕਹਿੰਦੇ ਚਲੋ ਦੋ ਨਹੀਂ ਲੈਣੀਆਂ, ਤਿੰਨ ਲੈ ਲਓ। ਕਿ ਸਾਧ ਸੰਗਤ ਜਿਹੜਾ ਪਰਮੇਸ਼ਰ ਨਾਲ ਜੁੜ ਜਾਂਦਾ ਹੈ, ਉਹਦਾ ਸੁਭਾਅ ਦੇਵਤਿਆਂ ਵਰਗਾ ਬਣ ਜਾਂਦਾ, ਦੇਣ ਵਾਲਾ। ਜਦੋਂ ਤੁਸੀਂ ਮਨੁੱਖ ਰੱਬ ਨਾਲ ਨਹੀਂ ਜੁੜਿਆ, ਉਦੋਂ ਤੁਸੀਂ ਸੁਭਾਅ ਹੁੰਦਾ ਖੋਹਣ ਵਾਲਾ, ਦੂਜੇ ਦਾ ਵੀ ਮੇਰਾ ਹੋ ਜਾਏ। ਜਦੋਂ ਰੱਬ ਨਾਲ ਜੁੜ ਗਿਆ, ਉਦੋਂ ਕਹਿੰਦਾ ਮੇਰਾ ਵੀ ਦੂਜੇ ਦਾ ਹੋ ਜਾਏ। ਪਰਉਪਕਾਰੀ ਭਾਵਨਾ, ਕਿਉਂਕਿ ਪਰਮੇਸ਼ਰ ਪਰਉਪਕਾਰੀ ਹੈ। ਜਿੰਨੇ ਗੁਣ ਪਰਮਾਤਮਾ ਵਿੱਚ ਨੇ ਨਾ, ਜਿਉਂ-ਜਿਉਂ ਮਨੁੱਖ ਬੰਦਗੀ ਕਰਦਾ ਹੈ, ਪਰਮੇਸ਼ਰ ਵਾਲੇ ਸਾਰੇ ਗੁਣ ਮਨੁੱਖ ਵਿੱਚ ਆ ਜਾਂਦੇ ਨੇ, ਜਿਹੋ ਜਿਹੇ ਉਹਦੇ ਗੁਣ ਨੇ। ਕਿਉਂਕਿ ਜਿਹਨੂੰ ਅਸੀਂ ਧਿਆਨ ਵਿੱਚ ਰੱਖਾਂਗੇ, ਉਹਦੇ ਗੁਣ ਸਾਡੇ ਧਿਆਨ 'ਚ ਆ ਜਾਣਗੇ। ਜੇ ਕੋਈ ਮਨੁੱਖ ਚੋਰਾਂ ਨੂੰ ਵਾਰ-ਵਾਰ ਯਾਦ ਕਰਦਾ ਹੈ, ਧਿਆਨ ਵਿੱਚ ਚੋਰਾਂ ਦੇ ਗੁਣ ਰੱਖਦਾ ਹੈ, ਉਹ ਹੌਲੀ ਹੌਲੀ ਚੋਰ ਹੀ ਬਣ ਜਾਏਗਾ, ਚੋਰਾਂ ਦੇ ਗੁਣ ਉਹਦੇ ਵਿੱਚ ਆ ਜਾਏ। ਕਿਉਂਕਿ ਜਿਹੜੀ ਚੀਜ਼ 'ਚ ਧਿਆਨ ਹੁੰਦਾ ਹੈ, ਉਸੇ ਚੀਜ਼ ਦਾ ਮਨੁੱਖ ਨੂੰ ਗਿਆਨ ਹੋ ਜਾਂਦਾ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜਦੋਂ ਵੀ ਬੰਦਗੀ ਕਰੀਏ ਧਿਆਨ ਹੋਣਾ ਬਹੁਤ ਜ਼ਰੂਰੀ ਹੈ। ਜਿਸ ਦਿਨ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਸਾਹਿਬ 'ਚ ਰਹਿੰਦੇ ਸਨ ਜਾਂ ਉਸ ਤੋਂ ਬਾਹਰ ਗਏ, ਆਪ ਜੀ ਨੇ ਸਾਖੀ ਸੁਣੀ ਹੋਏਗੀ, ਮਸੀਤ ਦੇ ਵਿੱਚ ਮਹਾਰਾਜ ਜੀ ਨੂੰ ਸੱਦ ਲਿਆ ਗਿਆ। ਕਹਿੰਦੇ ਤੁਸੀਂ ਕਹਿੰਦੇ ਹੋ ਨਾ ਕੋ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਣ, ਫਿਰ ਆਓ ਸਾਡੇ ਨਾਲ ਨਮਾਜ਼ ਪੜ੍ਹੋ। ਮਹਾਰਾਜ ਕਹਿੰਦੇ ਸਾਨੂੰ ਨਮਾਜ਼ ਪੜ੍ਹਨ 'ਚ ਕੀ ਦਿੱਕਤ ਹੈ, ਚਲੋ ਭਾਈ ਪੜ੍ਹ ਲੈਂਦੇ ਹਾਂ। ਹੁਣ ਲੱਗੇ ਨਮਾਜ਼ ਪੜ੍ਹਨ, ਮਹਾਰਾਜ ਬੈਠੇ ਰਹੇ। ਥੋੜ੍ਹੀ ਦੇਰ ਬਾਅਦ ਉੱਠ ਕੇ ਮਹਾਰਾਜ ਉਹ ਕਹਿੰਦੇ ਨੇ, ਅਸੀਂ ਨਮਾਜ਼ ਪੜ੍ਹੀ, ਤੁਸੀਂ ਫਿਰ ਧੋਖਾ ਦਿੱਤਾ, ਤੁਸੀਂ ਨਹੀਂ ਪੜ੍ਹੀ। ਮਹਾਰਾਜ ਸਾਹਿਬ ਕਹਿੰਦੇ ਵੀ ਇਹ ਦੱਸੋ ਨਮਾਜ਼ ਕਿਹਦੇ ਨਾਲ ਪੜ੍ਹਦਾ? ਕਹਿੰਦੇ ਅਸੀਂ ਦੋਵੇਂ ਸਾਡੇ ਨਾਲ ਪੜ੍ਹਨੀ ਸੀ। ਮਹਾਰਾਜ ਕਹਿੰਦੇ ਜਿਹਨੇ ਨਮਾਜ਼ ਪੜ੍ਹਨੀ ਸੀ ਉਹ ਤਾਂ ਇੱਥੇ ਆਈ ਨਹੀਂ ਸੀ। ਇੱਕ ਬੱਚਾ ਸਕੂਲੇ ਜਾਏ, ਟੀਚਰ ਉਹਨੂੰ ਪੜ੍ਹਾ ਰਿਹਾ ਹੈ, ਉਹਦਾ ਧਿਆਨ ਬਾਹਰ ਹੋਰ ਹੀ ਕਿਤੇ ਤੁਰਿਆ ਫਿਰਦਾ ਹੈ। ਟੀਚਰ 10 ਮਿੰਟਾਂ ਬਾਅਦ ਪੁੱਛਦਾ, ਬੇਟਾ ਦੱਸ ਕੀ ਸੁਣਾਇਆ ਹੈ? ਬੱਚਾ ਕਹਿੰਦਾ ਮੈਨੂੰ ਯਾਦ ਨਹੀਂ। ਕਿਉਂ? ਕਹਿੰਦੇ ਤੂੰ ਇੱਥੇ ਬੈਠਾ ਨਹੀਂ ਸੀ। ਕਹਿੰਦੇ ਅੱਖਾਂ ਮੇਰੀਆਂ ਇੱਧਰ ਹੀ ਸਨ, ਧਿਆਨ ਮੇਰਾ ਕਿਤੇ ਹੋਰ ਸੀ। ਐਵੇਂ ਮਨੁੱਖ ਦੇ ਕਈ ਵਾਰੀ ਕੰਨ ਕਿਤੇ ਹੁੰਦੇ ਨੇ, ਮਨ ਕਿਤੇ ਹੁੰਦਾ ਹੈ। ਪਰ ਇਹ ਮਨੁੱਖ ਨਾਲ ਅਕਸਰ ਵਾਪਰਦਾ, ਅੱਜ ਦੀ ਦੁਨੀਆ 'ਚ ਜ਼ਿਆਦਾ ਹੋ ਗਿਆ ਹੈ। ਬੜੀ ਵਾਰੀ ਦਾਸ ਨੇ ਵੀ ਇਹ ਫੀਲ ਕੀਤਾ ਹੈ। ਅਸੀਂ ਸੜਕ 'ਤੇ ਤੁਰਦੇ ਹਾਂ, ਅੱਜ ਕੱਲ੍ਹ ਮਨੁੱਖ ਮੋਟਰਸਾਈਕਲ ਕਿਤੇ ਤੁਰ ਜਾਂਦਾ ਹੈ, ਧਿਆਨ ਕਿਤੇ ਰੱਖੀ ਫਿਰਦਾ ਹੈ। ਬਹੁਤਾ ਹੋ ਗਿਆ। ਕਦੇ ਅੱਜ ਦਾ ਮਨੁੱਖ ਆਪਣਾ ਧਿਆਨ ਹੈ ਜਿਹੜਾ ਉਹਦੀਆਂ ਮੁਸ਼ਕਲਾਂ ਦੇ ਵਿੱਚ ਇੰਨਾ ਕੁ ਬਿਜ਼ੀ ਹੋ ਗਿਆ ਹੈ, ਉਹ ਸੜਕ 'ਤੇ ਵੀ ਚੜ੍ਹਦਾ, ਆਪਣੀਆਂ ਮੁਸ਼ਕਲਾਂ 'ਚ ਹੀ ਉਲਝਿਆ ਫਿਰਦਾ ਹੈ। ਫੋਨ 'ਤੇ ਲੱਗਿਆ, ਉਹ ਫੋਨ 'ਚ ਐਸਾ ਧਿਆਨ ਹੋ ਜਾਂਦਾ ਹੈ, ਉਹਨੂੰ ਗਿਆਨ ਹੀ ਭੁੱਲ ਜਾਂਦਾ ਕਿੱਧਰ ਨੂੰ ਜਾ ਰਿਹਾ। ਜਾਂ ਮਨੁੱਖ ਨੂੰ ਜਦੋਂ ਵੀ ਕੋਈ ਉਹਦੇ 'ਤੇ ਵਕਾਰ ਹਾਵੀ ਹੋਵੇ, ਕ੍ਰੋਧ ਹਾਵੀ ਹੋ ਗਿਆ ਜਾਂ ਹੰਕਾਰ ਹਾਵੀ ਹੋ ਗਿਆ, ਉਹ ਗੱਡੀ ਨੂੰ ਲੈ ਕੇ ਤੇਜ਼ ਚੱਲ ਪਿਆ। ਜਿਵੇਂ ਉਹ ਤੇਜ਼ ਚੱਲਿਆ, ਬੁੱਧੀ ਖਤਮ ਹੋ ਗਈ। ਕਿਉਂਕਿ 5 ਵਿਕਾਰ ਨੇ, 5 ਵਿੱਚੋਂ ਇੱਕ ਵੀ ਜਿਹਦੇ ਉੱਤੇ ਚਲਕ ਪਿਆ, ਪੂਰਨ ਰੂਪ 'ਚ ਆ ਗਿਆ, ਉਦੋਂ ਮਨੁੱਖ ਦੀ ਬੁੱਧੀ ਖਤਮ ਹੋ ਜਾਏਗੀ, ਨਾਲੋਂ ਨਾਲ ਵਿਚਾਰ ਸ਼ਕਤੀ ਖਤਮ ਹੋ ਜਾਏਗੀ। ਇਸ ਕਰਕੇ ਜਦੋਂ ਮਨੁੱਖ ਹੌਲੀ ਹੌਲੀ 19-20 ਸਾਲ ਤੋਂ ਅੱਗੇ ਚੱਲਦਾ ਹੈ, 26-27 ਸਾਲ ਤਾਈਂ ਇੱਥੇ ਹੰਕਾਰ ਪੂਰੇ ਜੋਬਨ 'ਤੇ ਹੁੰਦਾ ਹੈ, ਆਪਣੇ ਸਰੀਰ ਦਾ ਹੰਕਾਰ, ਦੇਹੀ ਦਾ ਹੰਕਾਰ। ਉਦੋਂ ਮਨੁੱਖ ਦੀ ਬੁੱਧੀ ਬਿਲਕੁਲ ਖਤਮ ਹੋ ਜਾਂਦੀ ਹੈ। ਨਾ ਬਜ਼ੁਰਗ ਨੂੰ ਵੇਖਦਾ, ਨਾ ਬੱਚੇ ਨੂੰ ਵੇਖਦਾ, ਪੂਰੀ ਬੁੱਧੀ ਜਿਹੜੀ ਖਤਮ, ਵਿਵੇਕਸ਼ੀਲਤਾ ਖਤਮ। ਤਾਂ ਹੀ ਕਹਿੰਦੇ ਨੇ ਜਵਾਨ ਮਨੁੱਖ ਦੇ ਵਿੱਚ ਹੋਸ਼ ਹੁੰਦਾ, ਜੋਸ਼ ਹੁੰਦਾ ਹੈ, ਹੋਸ਼ ਨਹੀਂ ਹੁੰਦਾ। ਹੋਸ਼ ਦਾ ਮਤਲਬ ਸਮਝਦਾਰੀ ਨਹੀਂ ਹੁੰਦੀ, ਚੰਗੇ ਮਾੜੇ ਦੀ ਵਿਚਾਰ ਨਹੀਂ ਹੁੰਦੀ। ਇਸ ਕਰਕੇ ਬਹੁਤੀ ਵਾਰੀ ਨੌਜਵਾਨਾਂ ਨੂੰ ਉਹਨਾਂ ਦੇ ਜੋਸ਼ ਦਾ ਫਾਇਦਾ ਚੁੱਕ ਲਿਆ ਜਾਂਦਾ ਹੈ, ਉਹਨਾਂ ਨੂੰ ਟੈਰਰਿਸਟ ਬਣਾ ਦਿੱਤਾ ਜਾਂਦਾ ਹੈ। ਆਪ ਨੂੰ ਯਾਦ ਹੋਏਗਾ, ਮੈਂ ਇਹਦੀ ਇੱਕ ਗਾਥਾ, ਇਹਦਾ ਉਦਾਹਰਣ ਵੀ ਦੇ ਦਿਆਂ। ਸਾਡੇ ਦੇਸ਼ 'ਚ ਬੰਬੇ ਹਮਲਾ ਹੋਇਆ, ਤਾਜ ਹੋਟਲ 'ਤੇ, ਬਹੁਤ ਵੱਡਾ। ਜਿੰਨੇ ਆਤੰਕਵਾਦੀ ਉੱਥੇ ਆਏ ਉਹ 19 ਤੋਂ ਲੈ ਕੇ 23 ਸਾਲ ਦੇ ਸਨ। ਕਾਰਨ ਕੀ ਹੈ? ਇਸ ਉਮਰ ਦੇ ਵਿੱਚ ਮਨੁੱਖ ਨੂੰ ਵਰਗਲਾਇਆ ਜਾ ਸਕਦਾ ਹੈ, ਇਹ ਉਮਰ ਹੀ ਐਸੀ ਹੈ। ਇਸ ਉਮਰ ਦੇ ਵਿੱਚ ਜੋਸ਼ ਤੇ ਹੁੰਦਾ ਹੈ,
ਵਿਵੇਕ ਨਹੀਂ ਹੁੰਦਾ, ਬੁੱਧੀ ਨਹੀਂ ਹੁੰਦੀ, ਸੋਚ ਸਮਝ ਨਹੀਂ ਹੁੰਦੀ। ਤਾਂ ਹੀ ਕਰਕੇ ਮਹਾਰਾਜ ਇਹ ਕਹਿ ਰਹੇ ਨੇ, ਕਹਿੰਦੇ ਅਸਲ ਦੇ ਵਿੱਚ ਮਾਤਾ ਪਿਤਾ ਨੇ ਭੇਜਿਆ, ਹੁਣ ਸਾਧੂ ਕਹਿ ਰਿਹਾ ਹੈ, ਪਰਉਪਕਾਰੀ ਭਾਵਨਾ ਅੰਦਰ ਆ ਗਈ। ਕਹਿੰਦੇ 2 ਨਹੀਂ ਚਾਹੀਦੇ, ਨਾ 3 ਚਾਹੀਦੇ, ਮੈਨੂੰ ਚੰਗੇਰ ਹੀ ਚਾਹੀਦੀ ਹੈ। ਉਹ ਕਹਿੰਦੇ ਠੀਕ ਹੈ, ਨਹੀਂ 3 ਚਾਹੀਦੇ। ਉਹਨਾਂ ਜਿਹੜੀ ਚੰਗੇਰ ਹੈ ਉਹ ਉਸ ਨੂੰ ਦੇ ਦਿੱਤੀ ਹੈ। ਗ੍ਰਹਿ ਆਏ ਪਿਤ ਦੇਖਿਓ ਖਾਲੀ, ਲੋਚਨ ਪੂਰ ਲਏ ਤਬ ਲਾਲੀ। ਜਦੋਂ ਪਿਤਾ ਜੀ ਆਏ ਵੇਖਿਆ ਖਾਲੀ ਹੈ, ਪੈਸਾ ਕੋਈ ਹੈ ਨਹੀਂ, ਅੱਖਾਂ ਵਿੱਚ ਲਾਲੀ ਆ ਗਈ, ਗੁੱਸਾ ਆ ਗਿਆ। ਆਉਣਾ ਸੁਭਾਵਿਕ ਸੀ। ਹੁਣ ਹੋ ਸਕਦਾ ਹੈ ਕਿ ਉਹਦਾ ਪੁੱਤਰ ਦੀ ਕਿੱਡੀ ਕੁ, ਜਿਹੜਾ ਪੁੱਤਰ ਹੈ ਉਹ ਕਿੱਡੀ ਕੁ ਅਵਸਥਾ ਤੇ ਪਹੁੰਚਿਆ ਹੋਏ। ਹੋ ਸਕਦਾ ਹੈ ਪਿਤਾ ਦੀ ਸਰੀਰਿਕ ਉਮਰ ਜ਼ਿਆਦਾ ਹੋ ਸਕਦੀ ਹੈ, ਇਹ ਜ਼ਰੂਰੀ ਨਹੀਂ ਹੈ ਵੀ ਉਹ ਅਧਿਆਤਮਿਕ ਤੌਰ 'ਤੇ ਹੀ ਬੜੀ ਉੱਚੇ ਗਿਆ ਹੋਏਗਾ, ਐਸਾ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨੀ ਅੱਗੇ ਗਏ ਸਨ, ਪਰ ਪਿਤਾ ਨੂੰ ਉਨੀ ਸਮਝ ਨਹੀਂ ਸੀ। ਤਾਂ ਹੀ ਤੇ ਮਹਾਰਾਜ ਦੇ ਚਪੇੜ ਮਾਰੀ ਉਹਨਾਂ ਨੂੰ। ਮਹਾਰਾਜ ਕਹਿੰਦੇ ਵੀ ਤੁਸੀਂ ਮੈਨੂੰ ਸੱਚਾ ਸੌਦਾ ਹੀ ਕਿਹਾ ਸੀ ਨਾ, ਤੇ ਮੈਂ ਕਰਕੇ ਆਇਆ, ਸੌਦਾ ਖਰਾ ਹੈ, ਇਹ ਖਰਾ ਹੈ ਸੌਦਾ, ਇਹਦੇ ਰਿਜ਼ਲਟ ਆਉਣਗੇ। ਤੁਹਾਨੂੰ ਅੱਜ ਲੱਗਦਾ ਸਭ ਕੁਝ ਖਤਮ ਹੋ ਗਿਆ ਹੈ, ਇੱਕ ਦਿਨ ਐਸਾ ਆਏਗਾ, ਇਹ ਅੱਧ ਜਾ ਛਕਾਇਆ ਹੋਇਆ ਹਜ਼ਾਰਾਂ ਸਾਲਾਂ ਤਾਈਂ ਚੱਲੇਗਾ, ਅੱਜ ਤਾਈਂ ਚੱਲ ਰਿਹਾ। ਉਦਣ ਉਹਨਾਂ ਖਰਾ ਸੌਦਾ ਕੀਤਾ, ਅੱਜ ਤਾਈਂ ਚੱਲ ਰਿਹਾ। ਚੰਗੇ ਬੀਜ ਮਨੁੱਖ ਅੱਜ ਬੀਜਦਾ ਹੈ। ਆਪਾਂ ਬੜੀ ਵਾਰੀ ਬੇਨਤੀ ਕੀਤੀ, ਇਹ ਨਹੀਂ ਹੈ, ਉਹਦੇ ਰਿਜ਼ਲਟ ਅੱਜ ਮਿਲਣਗੇ, ਮਿਲਣਗੇ ਜ਼ਰੂਰ। ਵ੍ਰਿਕਸ਼ ਅੱਜ ਲਾਵਾਂਗੇ ਅੰਬ ਦਾ, ਖਾਣੇ ਆਪਾਂ ਵ੍ਰਿਕਸ਼ ਤੋਂ ਮਿੱਠੇ ਫਲ ਨੇ, ਪਰ ਇਹ ਗੱਲ ਯਾਦ ਰੱਖਣਾ, ਫਲ ਅੱਜ ਕੋ ਨਹੀਂ, ਫਲ ਟਾਈਮ ਲੱਗਦਾ ਹੈ, ਫਲਾਂ ਨੂੰ ਪਾਲਣਾ ਪੈਂਦਾ ਹੈ। ਇਸ ਕਰਕੇ ਮਨੁੱਖ ਸਿਰਫ ਸਤ ਸੰਗਤ ਦੇ, ਪਰਮੇਸ਼ਰ ਦੇ ਨਾਮ ਦੇ ਚੰਗੇ ਬੀਜ ਬੀ ਲਵੇ ਬਸ। ਇੱਕ ਦਿਨ ਐਸਾ ਆਏਗਾ ਜਿਹੜੇ ਉਹਨੇ ਰੁੱਖ ਬੀਜੇ ਹਨ ਉਹਨਾਂ ਤੇ ਫਲ ਆ ਜਾਂਦਾ ਹੈ। ਦੇਖ ਪਿਤ ਨੈਣ ਬਹਿਰ ਨਿਕਸਾਏ, ਰੁਦਨ ਕਰਤ ਜਲ ਨੇਤਰ ਬਹਾਏ। ਪਿਤਾ ਦੀ ਜਦੋਂ ਗੁੱਸਾ ਵੇਖਿਆ ਨਾਲ ਹੀ ਬਾਹਰ ਚੱਲ ਪਏ, ਬਾਹਰ ਜਾ ਕੇ ਰੋਣ ਲੱਗ ਪਏ, ਅੱਖਾਂ ਦੇ ਵਿੱਚੋਂ ਜਲ ਵਹਿ ਤੁਰਿਆ ਹੈ। ਸੰਗਤ ਤੇ ਚਲੀ ਨਿਹਾਰੀ, ਗੋਇੰਦ ਵਾਲੇ ਪੁਰੀ ਵਿਚਾਰੀ। ਇੱਕ ਦਿਨ ਫਿਰ ਮਹਾਰਾਜ ਦੇ ਪਿੰਡੋਂ ਸੰਗਤ ਚੱਲੀ ਹੈ ਗੋਇੰਦਵਾਲ ਸਾਹਿਬ ਕੋਲ, ਗੁਰੂ ਅਮਰਦਾਸ ਜੀ ਰਹਿੰਦੇ ਨੇ ਉੱਥੇ। ਉਹ ਇਕੱਠੇ ਹੋ ਕੇ ਮਹਾਰਾਜ ਸੋਚਦੇ ਨੇ ਮੈਂ ਵੀ ਸੰਗਤ ਦੇ ਨਾਲ, ਉਹਨਾਂ ਦੇ ਨਾਲ ਹੀ ਚਲਾ ਜਾਵਾਂ। 3 ਸੰਗ ਚੱਲੇ ਕਿਰਪਾਲ ਬਿਸਾਲਾ, ਗੋਇੰਦਵਾਲ ਸਮੂਹ ਉਤਾਲਾ। ਮਹਾਰਾਜ ਉਹਨਾਂ ਦੇ ਨਾਲ ਜਾ ਕੇ ਗੋਇੰਦਵਾਲ ਸਾਹਿਬ ਪਹੁੰਚ ਗਏ ਹਨ। ਸਭ ਸੰਗਤ ਗੁਰ ਦਰਸ਼ਨ ਪਾਈ, ਕਛਕ ਕਾਲ ਰਹਿ ਵਿਦਾ ਸਿਧਾਈ। ਸੰਗਤ ਉੱਥੇ ਗਈ, ਥੋੜਾ ਸਮਾਂ ਮਹਾਰਾਜ ਦੇ ਦਰਸ਼ਨ ਕੀਤੇ, ਉਸ ਤੋਂ ਬਾਅਦ ਸੰਗਤ ਆਪਣੇ ਘਰਾਂ ਨੂੰ ਆ ਗਈ ਹੈ। ਰਹਿਤ ਭਏ ਗੁਰ ਕੇਰ ਹਦੂਰਾ, ਜੋ ਭਾਖੈ ਕਰ ਹੈ ਦ੍ਰੁਤ ਗੁਰੂਰਾ। ਪਰ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹ ਵਾਪਸ ਨਹੀਂ ਆਏ, ਉਹ ਗੁਰੂ ਅਮਰਦਾਸ ਦੀ ਹਜ਼ੂਰੀ ਵਿੱਚ ਹੀ ਰਹਿ ਗਏ ਹਨ। ਲੰਗਰ ਸੇਵਾ ਸਰਬ ਸੁਖ ਕਰਹਿ, ਸਭ ਸੰਗਤ ਅਨੁਸਾਰੀ ਚਰ ਹੈ। ਲੰਗਰ ਦੀ ਸੇਵਾ ਕਰਦੇ ਨੇ, ਜੋ ਜੋ ਵੀ ਸੰਗਤ ਕਹਿੰਦੀ ਹੈ ਸਾਰੇ ਸੰਗਤ ਦੇ ਅਨੁਸਾਰ ਚੱਲਦੇ ਹਨ। ਇਤ ਏ ਭਈ ਔਰ ਸੁਣ ਕਾਨੀ, ਮਹਿਲ ਕਹਿਓ ਜਿਮ ਗੁਰ ਪ੍ਰਤ ਬਾਨੀ। ਕਹਿੰਦੇ ਇਧਰ ਹੋਰ ਗੱਲ ਸੁਣੋ, ਦੂਜੀ ਕਥਾ ਚੱਲ ਰਹੀ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਧਰਮ ਪਤਨੀ ਨੇ, ਉਹਨਾਂ ਨੇ ਮਹਾਰਾਜ ਜੀ ਨੂੰ ਕਿਹਾ ਹੈ, ਮਹਾਰਾਜ ਸੁਣੀਏ ਬਚ ਮੇਰਾ, ਭਾਨੀ ਵੱਡੀ ਭਈ ਮੈਂ ਹੇਰਾ। ਕਹਿੰਦੇ ਮਹਾਰਾਜ ਮੈਨੂੰ ਲੱਗਦਾ ਆਪਣੀ ਜਿਹੜੀ ਲੜਕੀ ਹੈ ਬੀਬੀ ਭਾਨੀ ਜੀ, ਉਹ ਵੱਡੇ ਹੋ ਗਏ ਹਨ। ਸਾਧ ਸੰਗਤ ਇੱਥੇ ਆਪਾਂ ਪਿੱਛੇ ਗੱਲ ਸੁਣੀ ਹੈ, ਮਹਾਰਾਜ ਹਮੇਸ਼ਾ ਸੰਗਤ ਦੇ ਅਨੁਸਾਰ ਰਹਿੰਦੇ ਸਨ, ਕਿਉਂਕਿ ਗੁਰੂ ਜੀ ਕਹਿੰਦੇ ਨੇ ਸੰਗਤ ਦੇ ਵਿੱਚ ਪਰਮਾਤਮਾ ਹੁੰਦਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਜੇ ਪਰਮਾਤਮਾ ਨੂੰ ਵੇਖਣਾ ਕਿੱਥੇ ਹੈ, ਉਹ ਸਤ ਸੰਗਤ 'ਚ ਹੈ। ਔਰ ਮਨੁੱਖ ਨੂੰ ਸਤ ਸੰਗਤ ਨੂੰ ਕਦੀ ਮਖੌਲ ਨਹੀਂ ਕਰਨਾ ਚਾਹੀਦਾ। ਸਤ ਸੰਗਤ ਏਡੀ ਵੱਡੀ ਚੀਜ਼ ਹੈ, ਜੇ ਸਤ ਸੰਗਤ ਚਾਹੇ
ਵੱਡੇ ਵੱਡੇ ਔਗਣ ਬਖਸ਼ਵਾ ਸਕਦੀ ਹੈ ਮਨੁੱਖ ਤੇ, ਏਡੀ ਪਾਵਰ ਹੈ ਸਤ ਸੰਗਤ 'ਚ। ਤੇ ਅਸੀਂ ਵੇਖਦੇ ਵੀ ਹਾਂ ਚੰਦੋ ਰਾਣੀ ਦੀ ਜਿਹੜੀ ਸਾਖੀ ਆਉਂਦੀ ਹੈ ਉਹਦੇ ਵਿੱਚ ਅਸੀਂ ਇਹ ਵੇਖਦੇ ਹਾਂ, ਉਹ ਰੋਜ਼ ਰਾਤ ਨੂੰ ਸਤ ਸੰਗਤ ਕਰਨ ਜਾਂਦੀ ਹੈ। ਰਾਜੇ ਨੂੰ ਹੈ ਵੀ ਇਹ ਕਿੱਥੇ ਜਾਂਦੀ ਹੈ। ਰਾਜਾ ਵੀ ਪਿੱਛੇ ਪਿੱਛੇ, ਸਵੇਰੇ ਸਤ ਸੰਗਤ ਹੁੰਦੀ ਸੀ, ਚੱਲ ਪਿਆ। ਅੰਦਰ ਰਾਣੀ ਹੈ, ਪਿੱਛੋਂ ਇੱਕ ਖੜਾਮ ਜਿਹੜੀ ਉਹ ਚੁੱਕ ਕੇ ਲੈ ਆਇਆ ਰਾਣੀ ਦੀ। ਭਾਈ ਗੁਰਦਾਸ ਜੀ ਇਹ ਆਪਣੀਆਂ ਵਾਰਾਂ 'ਚ ਲਿਖਦੇ ਨੇ, ਉਹ ਲਿਖਦੇ ਨੇ ਵੀ ਸੰਗਤ ਦੀ ਕਿੱਡੀ ਵੱਡੀ ਅਰਦਾਸ ਹੈ, ਸੰਗਤ ਦੀ ਅਰਦਾਸ। ਬਾਹਰ ਰਾਣੀ ਆਈ, ਉਹ ਵੇਖਦੀ ਹੈ ਖੜਾ ਨਹੀਂ ਹੈ, ਸੰਗਤ ਨੂੰ ਕਹਿੰਦੀ ਹੈ ਵੀ ਖੜਾ ਚੁੱਕੀ ਗਈ, ਇਹਦੀ ਅਰਦਾਸ ਕਰੋ। ਸੰਗਤ ਨੇ ਇਕੱਠੇ ਹੋ ਕੇ ਅਰਦਾਸ ਕੀਤੀ, ਉਹ ਖੜਾ ਜਿਹੜੀ ਉੱਥੋਂ ਹੀ ਕਿਤੋਂ ਲੱਭ ਪਈ। ਹੁਣ ਮੈਂ ਆਪ ਜੀ ਨੂੰ ਫੇਰ ਬੇਨਤੀ ਕਰਦੇ ਹਾਂ, ਕਿਉਂਕਿ ਜਦੋਂ ਤਾਈਂ ਤਰਕ ਦੇ ਆਧਾਰ 'ਤੇ ਮਨੁੱਖ ਚੱਲਦਾ ਹੈ, ਉਦੋਂ ਤਾਈਂ ਤੇ ਫਿਰ ਉਹਨੂੰ ਐਵੇਂ ਲੱਗਦਾ ਹੈ ਵੀ ਇਹ ਕਿਤੇ ਮੇਰੇ ਬਾਹਰ ਦੀ ਗੱਲ ਹੈ, ਐਵੇਂ ਵੀ ਕਿਤੇ ਖੜਾਵਾਂ ਆ ਜਾਂਦੀਆਂ ਨੇ। ਜਦੋਂ ਤਾਈਂ ਸ਼ਰਧਾ ਨਹੀਂ ਨਾ ਹੈ ਮਨੁੱਖ ਦੇ ਵਿੱਚ, ਉਦੋਂ ਤੋਂ ਹੀ ਇਹਨੂੰ ਇਹ ਲੱਗਦਾ ਹੈ ਵੀ ਇਹ ਲੌਜਿਕ ਨਹੀਂ ਹੈ ਇਸ ਗੱਲ 'ਚ ਕੁਝ। ਮੈਂ ਉਸ ਦਿਨ ਵੀ ਦੱਸਿਆ ਸੀ, ਲੌਜਿਕ ਉਸੇ ਚੀਜ਼ 'ਤੇ ਹੁੰਦਾ, ਜਾਂ ਤੇ ਰੂਪ ਹੋਏ ਜਾਂ ਰੰਗ ਹੋਏ। ਤਰਕ ਸ਼ਾਸਤਰ ਸਾਡੇ ਦੇਸ਼ ਦਾ ਗ੍ਰੰਥ ਹੈ, ਉਹ ਸਾਰਾ ਲੌਜਿਕ ਦੇ ਉੱਤੇ ਹੀ ਹੈ, ਲੌਜਿਕ ਲੱਗਦਾ ਕਿੱਥੇ ਹੈ। ਪਰ ਪਰਮਾਤਮਾ ਇਹਨਾਂ ਗੁਣਾਂ ਤੋਂ ਅੱਡ ਹੈ। ਹੁਣ ਜੇ ਮਨੁੱਖ ਪਰਮਾਤਮਾ 'ਤੇ ਲੌਜਿਕ ਲਾਏ ਤਾਂ ਵਿਖਦਾ ਹੀ ਨਹੀਂ, ਫਿਰ ਇਹਦਾ ਮਤਲਬ ਤੇ ਮਨੁੱਖ ਕਹਿ ਦਿੰਦੇ ਨੇ, ਬੜੇ ਲੋਕਾਂ ਕਹਿ ਦਿੱਤਾ, ਨੀਤਸ਼ੇ ਨੇ ਕਹਿ ਦਿੱਤਾ ਸੀ ਰੱਬ ਮਰ ਗਿਆ ਹੈ, ਕਿਉਂਕਿ ਜਿਹਦੀ ਸੁਰਤ ਉੱਥੋਂ ਤੋਂ ਹੀ ਗਈ ਨਹੀਂ ਉਹ ਕਹਿ ਸਕਦਾ ਹੈ। ਔਰ ਉਹਦਾ ਕਹਿਣਾ ਆਪਣੇ ਲੈਵਲ 'ਤੇ ਉਹ ਠੀਕ ਹੈ, ਕਿਉਂਕਿ ਜਿਹਦੀ ਜਿੰਨੀ ਕੁ ਬੁੱਧੀ ਹੁੰਦੀ ਹੈ ਉੱਡੀ ਕੋ ਗੱਲ ਕਰਦਾ। ਸੰਗਤ ਦੀ ਅਰਦਾਸ ਹੋਈ, ਅਰਦਾਸ ਦੇ ਨਾਲ ਖੜਾ ਆ ਗਈ। ਰਾਣੀ ਆਪਣੇ ਘਰ ਗਈ, ਰਾਜਾ ਜਾਂਦਿਆ ਕਹਿੰਦਾ ਤੇਰੀ ਖੜਾ ਕਿੱਥੇ ਹੈ? ਕਹਿੰਦੇ ਦੋਵੇਂ ਪਾਈਆਂ ਨੇ। ਰਾਜਾ ਹੈਰਾਨ ਹੋ ਗਿਆ, ਚੁੱਕ ਕੇ ਤੇ ਮੈਂ ਲੈ ਆਇਆ, ਇਹ ਕਿਵੇਂ ਆ ਗਈ? ਰਾਜਾ ਕਹਿੰਦਾ ਇਹ ਤੇ ਮੈਂ ਲੈ ਆਇਆ ਸੀ। ਕਹਿੰਦੇ ਪਤਾ ਨਹੀਂ, ਸੰਗਤ ਨੇ ਅਰਦਾਸ ਕੀਤੀ ਹੈ, ਉਹਦੇ ਨਾਲ ਹੀ ਮਿਲ ਗਈ ਹੈ। ਭਾਵ ਜਿਹੜੀ ਸੰਗਤ ਹੈ, ਸੰਗਤ ਦੇ ਵਿੱਚ ਬਹੁਤ ਸ਼ਕਤੀ ਹੈ। ਇੱਕ ਸਿੱਖ ਗੁਰੂ ਅੰਗਦ ਸਾਹਿਬ ਜੀ ਦੇ ਕੋਲ ਸੰਗਤ ਉਹਨੂੰ ਕਿਹਾ ਕਰੇ ਭਾਈ ਸੇਵਾ ਕਰਿਆ ਕਰ, ਕਹਿੰਦੇ ਮੈਂ ਨਹੀਂ ਕਰਨੀ, ਜੋ ਗੁਰੂ ਜੀ ਕਹਿਣਗੇ ਮੈਂ ਤੇ ਉਹ ਸੇਵਾ ਕਰਾਂਗਾ, ਸੰਗਤ ਵਾਲੀ ਨਹੀਂ ਮੈਂ ਕਰਨੀ। ਵੱਡੇ ਸੰਗਤ ਦੇ ਵਿੱਚ ਹੋਰ ਜਿਹੜੇ ਵੱਡੀ ਪਦਵੀ ਵਾਲੇ ਸਿੱਖ ਉਹ ਵੀ ਕਹਿਣ ਲੱਗੇ ਭਾਈ ਕਰਿਆ ਕਰ, ਨਹੀਂ ਜਿਸ ਦਿਨ ਗੁਰੂ ਜੀ ਕਹਿਣਗੇ ਮੈਂ ਤੇ ਉਹ ਸੇਵਾ ਕਰਨੀ ਹੈ। ਇੱਕ ਦਿਨ ਸੰਗਤ ਨੇ ਮਹਾਰਾਜ ਨੂੰ ਦੱਸਿਆ, ਮਹਾਰਾਜ ਫਲਾਣਾ ਸਿੱਖ ਹੈ, ਮੰਨਦਾ ਹੀ ਨਹੀਂ ਕਿਸੇ ਦੀ, ਕਹਿੰਦੇ ਗੁਰੂ ਦੀ ਮੰਨਣੀ ਹੈ। ਮਹਾਰਾਜ ਜੀ ਆਏ ਇੱਕ ਦਿਨ, ਕਹਿੰਦੇ ਭਾਈ ਤੂੰ ਮੰਨਦਾ ਨਹੀਂ ਕਿਸੇ ਦੀ? ਕਹਿੰਦੇ ਮਹਾਰਾਜ ਤੁਸੀਂ ਹੁਕਮ ਦਿਓ, ਤੁਹਾਡੀ ਮੰਨਾਂਗਾ। ਮਹਾਰਾਜ ਕਹਿੰਦੇ ਜੰਗਲ ਵਿੱਚ ਜਾ, ਚੀਖਾ ਚਿਣ ਕੇ ਸੜ ਕੇ ਮਰ ਜਾ। ਹੁਣ ਸੋਚਦਾ ਹੈ ਵੀ ਇਹ ਤੇ ਬੜੀ ਵੱਡੀ ਸੇਵਾ ਲਾਤੀ ਮਹਾਰਾਜ, ਮਰਨਾ ਕੌਣ ਚਾਹੁੰਦਾ ਹੈ? ਲੈ ਕੇ ਲੱਕੜਾਂ ਲੁੱਕੜਾਂ ਲਾ ਕੇ ਤਿਆਰ ਹੋ ਗਿਆ, ਸੋਚਦਾ ਚਲੋ ਗੁਰੂ ਦਾ ਵਚਨ ਹੈ। ਇੰਨੇ ਵਿੱਚ ਇੱਕ ਚੋਰ ਆ ਗਿਆ ਪਰਾਂ ਤੋਂ, ਉਹ ਕਹਿੰਦਾ ਕਿਵੇਂ ਵੇਖਦਾ? ਉਹਦੇ ਪਿੱਛੇ ਪੁਲਿਸ ਲੱਗੀ ਹੋਈ। ਇਹਨੇ ਮੈਨੂੰ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੜ ਕੇ ਮਰ ਜਾ, ਗੁਰੂ ਦਾ ਵਚਨ ਹੈ ਤੇ ਮੇਰਾ ਦਿਲ ਨਹੀਂ ਕਰਦਾ। ਉਹ ਕਹਿੰਦੇ ਐਵੇਂ ਕਰ, ਆ ਪੈਸੇ ਲੈ ਲੈ, ਵਚਨ ਮੈਨੂੰ ਦੇ ਦੇ। ਕਹਿੰਦੇ ਐਵੇਂ ਹੋ ਸਕਦਾ? ਕਹਿੰਦੇ ਬਿਲਕੁਲ, ਆ ਪੈਸੇ ਦੇ ਦੇ ਮੈਨੂੰ। ਉਹਨੇ ਪੈਸੇ ਲੈ ਲਏ, ਚੋਰ ਨੇ ਵਿੱਚ ਛਾਲ ਮਾਰੀ। ਕਹਿੰਦੇ ਉਹ ਮੁਕਤ ਹੋ ਗਿਆ, ਬੇਬਾਨ ਚੜ੍ਹ ਕੇ ਗਿਆ, ਉਹਨੂੰ ਵਿਖਿਆ। ਉਹ ਆਪਣੇ ਘਰ ਆ ਗਿਆ, ਬੜਾ ਖੁਸ਼ ਹੋਇਆ। ਕਹਿੰਦੇ ਇੱਕ ਮੂਰਖ ਮਿਲਿਆ ਸੀ, ਮੈਂ ਤੇ ਉਹਨੂੰ ਗੁਰੂ ਦਾ ਬਚਨ, ਉਹ ਸੜ ਕੇ ਮਰ ਗਿਆ। ਇੰਨੀ ਦੇਰ ਜਾਂਚ ਪੜਤਾਲ ਹੋਈ, ਪੁਲਿਸ ਆ ਗਈ, ਘਰ ਫੜ ਲਿਆ, ਜਾ ਕੇ ਸੂਲੀ ਲਟਕਾ ਦਿੱਤਾ। ਕਹਿੰਦੇ ਲੈ ਗੁਰੂ ਦਾ ਬਚਨ ਵੀ ਗਿਆ, ਦੀਨ ਵੀ ਗਿਆ ਤੇ ਦੁਨੀਆ ਵੀ ਗਈ। ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਦੀਨ ਵੀ ਗਿਆ ਤੇ ਦੁਨੀਆ ਵੀ ਗਈ, ਪੈਸਾ ਵੀ ਗਿਆ, ਧਰਮ ਵੀ ਗਿਆ। ਐਸਾ ਮਨੁੱਖ ਨਾਲ ਅਕਸਰ ਹੁੰਦਾ ਹੈ। ਬੜੀ ਵਾਰੀ ਬੇਨਤੀ ਕੀਤੀ ਹੈ, ਹਰੇਕ ਮਨੁੱਖ ਦੀ ਕੀਮਤ ਹੈ। ਬੜੇ ਵੱਡੇ ਮਨੁੱਖ ਵਿਕ ਜਾਂਦੇ ਨੇ, ਵੱਡੇ ਕੀਮਤ ਸਹੀ ਹੋਣੀ ਚਾਹੀਦੀ ਹੈ, ਬਸ ਗੱਲ ਇੰਨੀ। ਹੁਣ ਇੱਥੇ ਉਹ ਕਹਿੰਦੇ ਨੇ ਮਹਾਰਾਜ ਜੀ ਦੀ ਘਰੋਂ ਕਹਿੰਦੇ ਨੇ ਮਾਤਾ ਜੀ, ਕਹਿੰਦੇ ਮਹਾਰਾਜ ਸਾਹਿਬ ਜੀ
ਬੀਬੀ ਭਾਨੀ ਜੀ ਵੱਡੇ ਹੋ ਗਏ ਨੇ, ਸਾਨੂੰ ਇਹਨਾਂ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਇਮ ਸੁਣ ਗੁਰ ਆਏ ਨਿਜ ਥਾਨਾ, ਬੈਠੇ ਬਾਰੀ ਬੀਚ ਨਿਧਾਨਾ। ਐਵੇਂ ਮਹਾਰਾਜ ਜੀ ਉੱਥੋਂ ਆ ਕੇ ਜਿੱਥੇ ਬਾਰੀ ਦੇ ਵਿੱਚ ਬੈਠ ਕੇ ਸੰਗਤ ਨੂੰ ਦਰਸ਼ਨ ਦਿੰਦੇ ਸੀ, ਚੁਬਾਰੇ ਦੇ ਵਿੱਚ, ਉੱਥੇ ਆ ਗਏ ਹਨ। ਸੁਣ ਬਚ ਬ੍ਰਿਪ ਮੋਨ ਕਹਿ ਲੀਨੀ, ਇਸੈ ਬੁਲਾਵੋ ਗੁਰ ਕਹਿ ਦੀਨੀ। ਕਹਿੰਦੇ ਮਹਾਰਾਜ ਚੁੱਪ ਹੋ ਗਏ। ਫਿਰ ਪਹਿਲਾਂ ਜਿਹੜੇ ਬ੍ਰਾਹਮਣ ਹੁੰਦੇ ਸੀ ਉਹ ਰਿਸ਼ਤੇ ਕਰਾਉਂਦੇ ਹੁੰਦੇ ਸੀ, ਮਹਾਰਾਜ ਜੀ ਨੇ ਫਿਰ ਉਸ ਨੂੰ ਸੱਦ ਲਿਆ ਹੈ। ਸੁਣ ਬਿਪ ਰਾਮਦਾਸ ਬੁਲਵਾਵਾ, ਆਏ ਗੁਰੂ ਡਿਗ ਸੀਸ ਨਿਵਾਵਾ। ਕਹਿੰਦੇ ਐਵੇਂ ਕਹਿ ਕੇ ਗੁਰੂ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਬੁਲਾ ਲਿਆ ਹੈ। ਹਾਥ ਜੋਰ ਬੈਠਿਓ ਗੁਰ ਪਾਸ, ਅਮਰਦਾਸ ਗੁਰ ਬਾਕ ਪ੍ਰਕਾਸ਼। ਜਿਹੜਾ ਹੁਣ ਵਿਪਰ ਸੱਦਿਆ, ਬ੍ਰਾਹਮਣ ਸੱਦਿਆ ਵਿਚੋਲਾ, ਉਹ ਕਹਿੰਦੇ ਵੀ ਲੜਕਾ ਕੈਸਾ ਹੋਣਾ ਚਾਹੀਦਾ। ਗੁਰੂ ਰਾਮਦਾਸ ਜੀ ਸੇਵਾ ਕਰ ਰਹੇ ਸਨ, ਕਹਿੰਦੇ ਐਸਾ ਹੋਣਾ ਚਾਹੀਦਾ ਹੈ। ਕਹਿੰਦੇ ਜੇ ਐਸਾ ਫਿਰ ਇਹਨੂੰ ਹੀ ਬੁਲਾ ਲੈਂਦੇ ਆ। ਹੁਣ ਸਾਧ ਸੰਗ ਨੀਚੋਂ ਊਚ ਕਰੇ ਮੇਰਾ ਗੋਬਿੰਦ। ਅਸਲ ਦੇ ਵਿੱਚ ਮਹਾਰਾਜ ਨੇ ਬੀਬੀ ਭਾਨੀ ਜੀ ਨੂੰ ਵੀ ਇਹ ਗੱਲ ਕਹੀ, ਕਹਿੰਦੇ ਮਹਾਰਾਜ ਐਸਾ ਹੋਣਾ ਚਾਹੀਦਾ ਲੜਕਾ। ਮਹਾਰਾਜ ਕਹਿੰਦੇ ਫਿਰ ਐਸਾ ਤੇ ਇਹੀ ਹੈ, ਇਹਦੇ ਵਰਗਾ ਦੂਜਾ ਨਹੀਂ ਹੋ ਸਕਦਾ। ਪਰ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਕੋਲ ਬੁਲਾ ਲਿਆ ਹੈ। ਕਾਂ ਕੋ ਸੂਤ ਕੋ ਜਾਤ ਸਥਾਨਾ, ਕਹੋ ਮੋਹ ਡਿਗ ਸਭ ਬਿਬ ਧਾਨਾ। ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਭਾਈ ਤੁਸੀਂ ਕਿੱਥੋਂ ਦੇ ਹੋ? ਹਜੇ ਜਾਣਦੇ ਨੇ ਕਿੱਥੋਂ ਦੇ ਹੋ, ਕਿੱਥੋਂ ਦੇ ਰਹਿਣ ਵਾਲੇ ਹੋ, ਮੈਨੂੰ ਪੂਰਾ ਵੇਰਵੇ ਦੇ ਨਾਲ ਦੱਸੋ। ਸੋਢ ਬੰਸ ਲਵਪੁਰ ਪ੍ਰਭ ਬਾਸਾ, ਸੁਤ ਹਰਿਦਾਸ ਨਾਮ ਰਮਦਾਸਾ। ਮਹਾਰਾਜ ਜੀ ਨੇ ਕਿਹਾ, ਸ਼੍ਰੀ ਰਾਮਦਾਸ ਜੀ ਕਹਿੰਦੇ ਨੇ ਮੈਂ ਸੋਢੀ ਵੰਸ਼ ਦਾ ਹਾਂ, ਮੇਰੇ ਪਿਤਾ ਜੀ ਦਾ ਨਾਮ ਹਰਿਦਾਸ ਹੈ, ਲਾਹੌਰ ਦਾ ਮੈਂ ਰਹਿਣ ਵਾਲਾ ਹਾਂ ਤੇ ਮੇਰਾ ਨਾਮ ਰਾਮਦਾਸ ਹੈ। ਸੁਣ ਬਚ ਹਰਖੇ ਪਰਮ ਕਿਰਪਾਲਾ, ਲਿਖ ਪੱਤਰੀ ਲਵਪੁਰ ਤਤਕਾਲਾ। ਇਹ ਸੁਣ ਕੇ ਮਹਾਰਾਜ ਜੀ ਖੁਸ਼ ਹੋਏ। ਉਹਨਾਂ ਫਟਾਫਟ ਇੱਕ ਪੱਤਰੀ ਲਿਖਾ ਕੇ ਲਾਹੌਰ ਭੇਜ ਦਿੱਤੀ ਹੈ। ਲੀਨ ਸਦਾਏ ਮਾਤ ਪਿਤ ਤਬੈ, ਕਰੀ ਸਦਾਈ ਹਰਖਤ ਸਬੈ। ਮਹਾਰਾਜ ਜੀ ਨੇ, ਕਿਉਂਕਿ ਸਾਧ ਸੰਗਤ ਅਸਲ 'ਚ ਗੁਣਾਂ ਦਾ ਵਾਸਲਾ ਹੋਣਾ ਜ਼ਰੂਰੀ ਹੈ। ਅੱਜ ਦੀ ਦੁਨੀਆ ਦੇ ਵਿੱਚ ਭਾਵੇਂ ਮਨੁੱਖਾਂ ਦੇ ਗੁਣਾਂ ਨੂੰ ਘੱਟ ਕਦਰ ਦਿੱਤੀ ਜਾਂਦੀ ਹੈ, ਮਨੁੱਖ ਦੇ ਕੋਲ ਜੋ ਕੁਝ ਹੈ ਉਹਦੀ ਕਦਰ ਜ਼ਿਆਦਾ ਹੈ। ਫਿਰ ਆਉਂਦੇ ਆਉਂਦੇ ਦੁਨੀਆ 'ਚ ਹੁੰਦਾ ਵੀ ਇਹ ਹੈ, ਮਾਇਆ ਤੇ ਬਣੀ ਰਹਿੰਦੀ ਹੈ, ਮਨੁੱਖ ਵਿੱਚ ਗੁਣ ਹੁੰਦੇ ਨਹੀਂ, ਫਿਰ ਘਰਾਂ ਵਿੱਚ ਲੜਾਈਆਂ ਵੀ ਰਹਿੰਦੀਆਂ ਨੇ। ਕਾਰਨ ਕੀ ਹੈ? ਗੁਣ ਨਹੀਂ ਵੇਖੇ ਜਾਂਦੇ। ਮਨੁੱਖ ਦੇ ਕੋਲ ਹੈ ਕੀ ਹੈ ਉਹ ਵੇਖਿਆ ਜਾਂਦਾ ਹੈ। ਪਹਿਲਾਂ ਅਕਸਰ ਲੋਕ ਗੁਣ ਵੇਖਿਆ ਕਰਦੇ ਸਨ, ਮਨੁੱਖ 'ਚ ਗੁਣ ਕੀ। ਭਾਵੇਂ ਸ਼ੁਰੂ ਤੋਂ ਇਹ ਵੀ ਵਿਹਾਰ ਚੱਲਦਾ ਹੈ, ਪਰ ਫਿਰ ਵੀ ਲੋਕੀ ਸੋਝੀ ਵਹਿੰਦੇ ਸਨ। ਗੁਣਾਂ ਦੀ ਗੱਲ ਹੁੰਦੀ ਸੀ, ਕਿਉਂਕਿ ਜ਼ਿੰਦਗੀ ਗੁਣਾਂ ਨਾਲ ਚੱਲਣੀ ਹੈ। ਮਾਇਆ ਤੇ ਅੱਜ ਹੈ, ਕੱਲ ਨਹੀਂ ਹੈ। ਇਹ ਜ਼ਰੂਰੀ ਨਹੀਂ ਅੱਜ ਵਿਆਹ ਹੋਏਗਾ ਕਿ ਤਾਂ ਕੱਲ ਨੂੰ ਸਾਲ ਬਾਅਦ ਹੀ ਮਾਇਆ ਸਾਰੀ ਚਲੀ ਜਾਏ। ਪਰ ਜੇ ਕਿਤੇ ਗੁਣ ਚੰਗੇ ਹੋਣ, ਮਾਇਆ ਤੇ ਚੰਗਾ ਮਨੁੱਖ ਫਿਰ ਵੀ ਕਮਾ ਲੈਂਦਾ, ਸਾਰੀ ਜ਼ਿੰਦਗੀ ਕਮਾਉਂਦਾ। ਆਮ ਕਰਕੇ ਸਿਆਣੇ ਕਹਿੰਦੇ ਹੁੰਦੇ ਸਨ, ਕਹਿੰਦੇ ਜੇ ਕਿਸੇ ਦਾ ਪੁੱਤ ਚੰਗਾ ਹੋਏ, ਉਹਨੂੰ ਮਾਇਆ ਕਮਾ ਕੇ ਦੇਣ ਦੀ ਲੋੜ ਨਹੀਂ, ਉਹ ਆਪਣੇ ਆਪ ਹੀ ਕਮਾ ਲਏਗਾ। ਜੇ ਕਿਸੇ ਦਾ ਮਾੜਾ ਹੈ, ਫਿਰ ਵੀ ਇਕੱਠਾ ਕਰਨ ਦੀ ਲੋੜ ਨਹੀਂ, ਇਕੱਠਾ ਕੀਤਾ ਗਵਾ ਦੇਗਾ। ਜੇ ਪੁੱਤਰ ਹੋਏ ਕਪੁੱਤਰ ਤੋਂ ਕਿਉਂ ਧਨ ਸੰਚੇ, ਪੁੱਤਰ ਹੋਏ ਸਪੁੱਤਰ ਤੋਂ ਕਿਉਂ ਧਨ ਸੰਚੇ, ਦੋਵੇਂ ਚੀਜ਼ਾਂ ਸੀ। ਜੇ ਤੇ ਕਪੁੱਤਰ ਹੈ ਫਿਰ ਵੀ ਇਕੱਠਾ ਕਰਨ ਦੀ ਲੋੜ ਨਹੀਂ, ਕਿਉਂ? ਉਹਨੇ ਸਾਰਾ ਗਵਾ ਦੇਣਾ ਹੈ। ਹੁੰਦਾ ਅਕਸਰ ਮਾਂ ਬਾਪ ਬੜਾ ਕੁਝ ਬਣਾ ਕੇ ਜਾਂਦੇ ਨੇ, ਬੱਚਿਆਂ ਕੋਲ ਗੁਣ ਨਹੀਂ ਹੁੰਦੇ, ਸਾਰੇ ਗਵਾ ਦਿੰਦੇ ਨੇ। ਕਈ ਐਸੇ ਨੇ ਮਾਂ ਬਾਪ ਦੇ ਕੇ ਕੁਝ ਨਹੀਂ ਜਾਂਦੇ, ਪਰ ਗੁਣ ਦੇ ਜਾਂਦੇ ਨੇ, ਚੰਗੇ ਸੰਸਕਾਰ ਦੇ ਜਾਂਦੇ ਨੇ। ਜਿਹੜੇ ਚੰਗੇ ਸੰਸਕਾਰੀ ਹੁੰਦੇ ਨੇ ਉਹ ਬਹੁਤ ਕੁਝ ਕਮਾ ਲੈਂਦੇ ਨੇ, ਕਿ ਸੰਸਕਾਰਾਂ ਨੇ ਕਮਾਉਣਾ ਹੁੰਦਾ। ਹੁਣ ਇੱਥੇ ਮਹਾਰਾਜ ਜੀ ਨੇ ਉਹਨਾਂ ਦਾ ਇਹ ਨਹੀਂ ਵੇਖਿਆ ਉਹਨਾਂ ਦੇ ਕੋਲ ਹੈ ਕੀ ਹੈ।
गुरु रामदास जी के घर कोई वड्डी प्रॉपर्टी नहीं, जिहड़ा मनुख रेहड़ी ला रहा है, होका दे के छोले वेचदा, उहदे कोल होना की है। पर कहंदे नहीं, ये सेवा बड़ी भावना नाल करदा है। क्यों? उहदे अंदर नूं जाणदे ने, घट घट के अंतर की जान, अंदरले गुण जाणदे ने। इन्हां अंदर सेवा भावना बड़ी है, बड़े प्यार नाल सारिआं नूं मिलदे ने, दिलों मिलदे ने। किते प्यार नाल उत्तों उत्तों बोलना कि दिलों बोलना। इस करके महाराज जी ने गुरु रामदास जी दी गुणां नूं पहल दित्ती है, तरजीह उन्हां दी प्रॉपर्टी नूं नहीं दित्ती है। कछक काल लौ करियो विवाह, सब हन बीच भयो उत्साह। पहला महाराज, क्योंकि ये जिहड़ा इतिहास है वैसे गुरु रामदास जी का बड़ा लंबेरा है, ये छोटी थोड़ी गल्लां च भाई जी दस रहे ने, संतोख सिंह जी। वो कहते थोड़े दिनों बाद ही फिर उन्हों का पहला सगाई हुई, फिर ब्याह कर दिता गया है। तिनको विदा कीन लव पुर को, पास रहे अनुगामी गुर को। महाराज जी के माता पिता तो चले गए, पर गुरु साहब जी गोइंदवाल साहब ही रह गए हैं। सेवा करें सकल गुण खानी, जो भाखै गुर आयस मानी। महाराज जी उत्थे सेवा करते हैं गोइंदवाल साहब, जिमें गुरु जी कहते हैं उवें मनते हैं। और साध संगत जदों सेवा करते सन ना, जिमें लाहौर तो आना उन्होंने संगी साथी, उन्होंने बड़ियां गल्लां करनियां। कहते तू इन्हां दा जवाई है, तो इन्हां दे इत्थे टोकरी ढो रहा है। जवाई किते टोकरियां ढोंदे ने। बड़ा ढालण दी भी यतन कीती भी हट जाण किते सेवा तो। कहते तू तो साडी कोली खराब कर दी है, रिश्तेदार भी इकट्ठे होके आए, अपने घर चल, इत्थे क्यों टोकरियां ढोंदा है। पर उन्होंने ये नहीं पता भी इस सेवा दे विच फल किन्ना है। सेवा किन्ना कुछ मनुख का किड्डा हिरदा शांत करती है, किन्नी निमरता सेवा लिया दिंदी है, शायद मनुख ये नहीं जानता। और सेवा किन्ने ही प्रकार दी है, किसी को पानी पिया देना, किसी को लंगर छका देना, किसी को वस्त्र दे देने। और जिवें आपां जोड़े भी बाहर साफ करते हैं संगत दे, ਇਹਦਾ मतलब यही है भी निमरता आ जाए। कि साध संगत कहते ने इतिहास दसदा है, भाई नंद लाल जी गुरु गोबिंद सिंह जी के दीवान होंदे सी। वो पहला बहादुर शाह के कोल रहिंदे सन दिल्ली राज दरबार च। किसी कारणवश उत्थों वो आ गए, गुरु गोबिंद सिंह महाराज जी के कोल आए, तो कहते ने भी महाराज भी इन्हों सेवा लाओ, बड़े विद्वान ने। महाराज कहते ने भी वो बाहर बर्तन ने झूठे, वो साफ करया करो। वो कहते गुरु साहब नूं विद्वानां दी कदर नहीं है। मैं चंदन की चौंकी ते बहन वाला राज दरबार च, मैनू कहते ने झूठे भांडे धोवो। चलो चले गए, झूठे भांडे धोंदे ने, साफ करते ने भांडे बर्तन साफ करके। थोड़े दिनों बाद उन्होंने रिश्तेदार आए, कहते तू इन्ना पढ़िया होया आलम फाजल, आ की गुरु के दवारे इत्थे बह के झूठे बर्तन धो रहे हैं। वो कहता है अज तई भाई नंद लाल जी कहते ने मेरी जिंदगी च मैनू कितों सुकून नहीं मिलिया जिन्ना आ मैनू संगत के झूठे बर्तन धो के आ रहे हैं। ये मैं कल्ले बर्तन नहीं मांजे, मेरा मन भी मांजिया गया इन्होंने। ये संगत की सेवा कर करके मन भी नीवा हो गया। बड़े मनुखा ने सेवा कर करके जिंदगी च बहुत कुछ पा लिया। भाई कन्हैया जी सेवा करते रहे, महाराज को शिकायत भी आई, कहते महाराज असी मार के सुटते हैं, ये पानी पिया देंगे ने। मेरे गुरु गोबिंद सिंह महाराज वेखो, क्योंकि गुरु के अंदर केड़ा कोई तेरा मेरा है। महाराज कहते भाई मल्लम पट्टी भी लाया कर, जंग हो रही है तो रब की खेड है, तू अपनी सेवा निभाई चल। नाल पानी पियाउंदे ने अपनिਆਂ ਨੂੰ नहीं, क्योंकि सेवा हुंदी ही उदण है जिदन तेरा मेरा निकल जाए। जदों तुसीं अपने नूं वेख के हिंदू ने हिंदू नूं ही देने ने पतासे, मुसलमान मुसलमान दी करे, कादी सेवा ही। सेवा दे विच ते हिरदा निर्मल हुंदा है, जो भी अगे आ गया उन्होंने फड़ाता। सेवा मनुख दे हिरदे नूं निर्मल कर दिंदी है। अजकल असीं वेखदे हाँ समाजवाद कम्यूनिटीवाद इन्ना है,
ਉਹਨੂੰ ਕਹਿੰਦਾ ਬਾ ਮੇਰੀ ਕਮਿਊਨਿਟੀ ਉੱਤੇ ਆ ਜਾਏ, ਬਾਕੀ ਸਾਰੀਆਂ ਥੱਲੇ। ਜਦੋਂ ਤਾਈਂ ਸਾਧ ਸੰਗਤ ਇਹ ਗੱਲ ਆਪ ਜੀ ਯਾਦ ਰੱਖਣਾ, ਜਦੋਂ ਤਾਈਂ ਮਨੁੱਖ ਦੇ ਅੰਦਰ ਵੱਡਾ ਛੋਟਾ ਹੈ ਨਾ, ਵੀ ਮੇਰਾ ਧਰਮ ਵੱਡਾ ਹੈ ਦੂਜੇ ਦਾ ਛੋਟਾ ਹੈ, ਉਦੋਂ ਤਾਈਂ ਤੇ ਉਹਦੇ ਅੰਦਰ ਕੰਪੀਟੀਸ਼ਨ ਚੱਲ ਰਿਹਾ। ਤੇ ਜਦੋਂ ਤਾਈਂ ਕੰਪੀਟੀਸ਼ਨ ਹੈ ਉਦੋਂ ਤਾਈਂ ਰੱਬ ਨਹੀਂ ਹੈ ਅੰਦਰ। ਇਹ ਤੇ ਜੋ ਜੋ ਰੱਬ ਨੇ ਪੈਦਾ ਕੀਤਾ, ਬਾਣੀ ਕਹਿੰਦੀ ਸਾਰੇ ਹੀ ਬਰਾਬਰ ਨੇ। ਇੱਥੇ ਨਾ ਕੋਈ ਵੱਡਾ ਹੈ ਨਾ ਛੋਟਾ ਹੈ, ਕਿਉਂਕਿ ਇਹ ਰੱਬ ਦਾ ਬਾਗ ਹੈ ਦੁਨੀਆ। ਇੱਥੇ ਜਿਵੇਂ ਬਾਗ ਦੇ ਅੰਦਰ ਨਾ ਚੰਦਨ ਦਾ ਆਪਣਾ ਮੁੱਲ ਹੁੰਦਾ ਹੈ, ਬਾਗ ਦੇ ਅੰਦਰ ਜੇ ਸੰਤਰੇ ਲੱਗੇ ਨੇ ਉਹਨਾਂ ਦਾ ਆਪਣਾ ਮਜ਼ਾ ਹੈ, ਆਪਣਾ ਟੇਸਟ ਹੈ। ਲੀਚੀ ਲੱਗੀ ਹੈ ਉਹਦਾ ਆਪਣਾ ਹੈ। ਮਹਾਰਾਜ ਕਹਿੰਦੇ ਇਵੇਂ ਹੀ ਇਹ ਦੁਨੀਆ ਦੇ ਉੱਤੇ ਕਈ ਮਨੁੱਖ ਕੋੜੇ ਬੋਲਣ ਵਾਲੇ ਨੇ, ਉਹਨਾਂ ਦਾ ਆਪਣਾ ਰੱਬ ਨੇ ਬਣਾਇਆ। ਕਈ ਪਿਆਰ ਨਾਲ ਬੋਲਣ ਵਾਲੇ ਨੇ, ਕਈ ਨਿੰਦਿਆ ਕਰਨ ਵਾਲੇ ਨੇ, ਕਈ ਸੱਚ ਬੋਲਣ ਵਾਲੇ। ਬਣਾਏ ਤੇ ਰੱਬ ਨੇ ਹੀ ਨੇ। ਗੁਰਬਾਣੀ ਕਹਿੰਦੀ, ਗੁਰੂ ਮਹਾਰਾਜ ਜਪਜੀ ਸਾਹਿਬ 'ਚ ਕਹਿੰਦੇ ਨੇ, ਇਹਨੇ ਅਸੰਖ ਮੂਰਖ ਅੰਧ ਘੋਰ ਇਹ ਵੀ ਤੇਰੇ ਹੀ ਨੇ, ਅਸੰਖ ਜਪ ਅਸੰਖ ਭਾਉ ਇਹ ਵੀ ਤੇਰੇ ਹੀ ਨੇ। ਹੈ ਜੇ ਇਹ ਦੋਵੇਂ ਨਾ ਹੋਣ, ਜੇ ਰੱਬ ਨੂੰ ਜਪ ਕਰਨ ਵਾਲੇ ਹੀ ਚੰਗੇ ਲੱਗਦੇ ਨੇ, ਫਿਰ ਉਹ ਜਪਿਆਂ ਨੂੰ ਹੀ ਭੇਜੇ ਇੱਥੇ। ਬਾਣੀ ਕਹਿੰਦੀ ਹੈ ਇਹ ਤੇ ਖੇਡ ਹੈ, ਆਵਣ ਜਾਣ ਇੱਕ ਖੇਲ ਬਣਾਇਆ। ਇਹ ਦੁਨੀਆ ਇੱਕ ਖੇਲ ਹੈ, ਔਰ ਖੇਲ ਚੱਲਦਾ ਹੀ ਤਾਂ ਹੈ, ਕੋਈ ਹਾਰਨ ਵਾਲਾ ਕੋਈ ਜਿੱਤਣ ਵਾਲਾ। ਇਸ ਕਰਕੇ ਇੱਥੇ ਕਹਿ ਰਹੇ ਨੇ ਮਹਾਰਾਜ ਨੇ ਸੇਵਾ ਕੀਤੀ, ਸੇਵਾ ਕਰਦੇ ਹਨ ਤੇ ਨਾਲ ਦੀ ਨਾਲ ਉੱਥੇ ਬੌਲੀ ਬਣ ਰਹੀ ਹੈ। ਜਾਂ ਬਿਦ ਸਮੰਤ ਬਹੁਤ ਬਿਤਾਏ, ਸੇਵਾ ਕਰਤ ਸਕਲ ਹਰ ਖਾਏ। ਐਵੇਂ ਸੇਵਾ ਕਰਦਿਆਂ ਕਰਦਿਆਂ ਬੜਾ ਸਮਾਂ ਬੀਤ ਗਿਆ ਹੈ। ਸਮਤ 16 7 1 4 ਜਨਮਿਓ ਪ੍ਰਿਥਵੀਆ ਪ੍ਰਥਮ ਹੰਕਾਰੀ। ਇੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸੰਮਤ 1605, ਕਿਉਂਕਿ ਕਈ ਵਾਰੀ ਡੇਟਾਂ ਦਾ ਹੇਰਾ ਫੇਰ ਹੁੰਦਾ ਇਤਿਹਾਸ ਦੇ ਵਿੱਚ। 1605 ਦੇ ਵਿੱਚ ਮਹਾਰਾਜ ਜੀ ਦੇ ਪਹਿਲੇ ਪੁੱਤਰ ਨੇ ਜਨਮ ਲਿਆ, ਗੁਰੂ ਰਾਮਦਾਸ ਜੀ ਦੇ। ਉਸ ਦਾ ਨਾਮ ਭਾਈ ਪ੍ਰਿਥੀਮਲ ਹੈ। ਹਿਰਦੈ ਅਨਦਤ ਦੰਪਤ ਹੋਇ ਕੈ, ਪਤ ਪਾਰਿਓ ਬਹੁ ਲਾਡ ਲਡਾਕੈ। ਮਾਤਾ ਪਿਤਾ ਨੇ ਬੜਾ ਆਨੰਦਮਈ ਹੋ ਕੇ ਪੁੱਤਰ ਪਾਲਿਆ ਹੈ। ਸਮਾਂ ਬਿਤਾਇਓ ਕੇਤਕ ਧਾਮ, ਜਨਮਿਓ ਮਹਾਦੇਵ ਅਬਿਰਾਮ। ਹੁਣ ਦੂਜੇ ਜਨਮੇ, ਪਹਿਲਾਂ ਪਹਿਲੇ ਪੁੱਤਰ ਨੇ ਜਨਮ ਲਿਆ, ਹੁਣ ਦੂਜੇ ਪੁੱਤਰ ਨੇ ਜਨਮ ਲਿਆ ਹੈ। ਉਹਨਾਂ ਦਾ ਨਾਮ ਬਾਬਾ ਮਹਾਦੇਵ ਜੀ ਹੈ। ਮੇਖ ਪਰਵਿਸੇ 8 10 ਕੇਰਾ, ਮੰਗਲਵਾਰ ਲੱਗਣ ਸੁਭ ਹੇਰਾ। ਕਹਿੰਦੇ ਨੇ ਭਾਈ ਸਾਹਿਬ ਜੀ ਦੱਸਦੇ ਨੇ, ਕਹਿੰਦੇ ਵਿਸਾਖ ਦਾ ਮਹੀਨਾ, ਉਹਦੇ 18 ਦਿਨ ਬੀਤ ਗਏ ਨੇ, ਮੰਗਲਵਾਰ ਦਾ ਦਿਨ ਹੈ। ਜੁਗਮ ਜਾਮ ਜਾਮਨੀ ਜਬੈ, ਪੁੱਤੋ ਨਿਛਤਰ ਰੋਹਣੀ ਤਬੈ। ਦੋ ਪਹਿਰ ਰਾਤ ਬੀਤ ਗਈ ਹੈ ਤੇ ਰੋਹਣੀ ਜਿਹੜਾ ਉਸ ਦਿਨ ਨਛੱਤਰ ਹੈ। ਸ਼੍ਰੀ ਗੁਰ ਅਰਜਨ ਕੁਲ ਨਭ ਚੰਦ, ਲੀਨੋ ਜਨਮ ਆਨੰਦ ਬਿਲੰਦ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਕਾਸ਼ ਰੂਪੀ ਕੁਲ ਵਿੱਚ ਚੰਦਰਮਾ ਰੂਪੀ ਹੋ ਕੇ ਜਨਮ ਲਿਆ ਹੈ। ਸਦਨ ਨਾਨਕੇ ਭਏ ਵਡੇਰੇ, ਬਾਲ ਆਰ ਬਲ ਤਰਨ ਸੋ ਫੇਰੇ। ਆਪਣੇ ਨਾਨਕਿਆਂ ਦੇ ਪਿੰਡ ਹੀ ਭਾਵ ਗੋਇੰਦਵਾਲ ਸਾਹਿਬ ਹੀ ਵੱਡੇ ਹੋਏ ਹਨ ਤੇ ਉੱਥੇ ਹੀ ਮਹਾਰਾਜ ਜੀ ਜਵਾਨੀ ਦੇ ਵਿੱਚ ਆਏ ਹਨ। ਵਿਆਹ ਆਦ ਮੰਗਲ ਜੇ ਨਾਨਾ, ਹੋਏ ਗੋਇੰਦਵਾਲ ਮਹਾਨਾ। ਫਿਰ ਮਹਾਰਾਜ ਜੀ ਨੇ ਸੋਚਿਆ ਵੀ ਆਪਣੇ ਪੁੱਤਰ ਦਾ ਵਿਆਹ ਕੀਤਾ ਜਾਏ। ਮਹਿਲਾ ਦੰਗਾ ਅਰਜਨ ਪਿਆਰੀ, ਰਹੇ ਆਨੰਦ ਸਦਾ ਸੁਖਕਾਰੀ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਿਹੜੀ ਵਿਆਹ ਹੈ ਮਾਤਾ ਗੰਗਾ ਜੀ ਦੇ ਨਾਲ ਹੋ ਗਿਆ ਹੈ। ਅਕਬਰ ਕੋ ਮੰਤਰੀ ਹੁਤੋ, ਬ੍ਰਿਪ ਬੀਰਬਲ ਨਾਮ। ਅਕਬਰ ਦਾ ਇੱਕ ਮੰਤਰੀ ਹੈ, ਕਿਉਂਕਿ ਇਹ ਵੀ ਉਸੇ ਟਾਈਮ 'ਚ ਹੀ ਹੋਏ ਨੇ, ਗੁਰੂ ਅਰਜਨ ਸਾਹਿਬ ਜੀ ਦੇ ਟਾਈਮ। ਉਸ ਦਾ ਨਾਮ ਬੀਰਬਲ ਹੈ। ਪਛਮ ਦਿਸ਼ਾ ਮੁਹਿੰਮ ਕਰ, ਚੜਿਓ ਜੀਤਬੇ ਕਾਮ। ਉਸ ਨੇ ਪੱਛਮ ਦਿਸ਼ਾ ਦੇ ਵਿੱਚ ਚੜ੍ਹਾਈ ਕੀਤੀ ਹੈ, ਉਹ ਵੈਰੀਆਂ ਨੂੰ ਜਿੱਤਣਾ ਚਾਹੁੰਦਾ ਹੈ। ਰੱਖੈ ਸਾਹੋ ਤੇ ਸੰਗ ਸਨੇਹੂ, ਪ੍ਰਤਕ ਨਾ ਹੋਣ ਦੇਤ ਕਬ ਕੇਹੂ। ਜਿਹੜਾ ਬਾਦਸ਼ਾਹ ਅਕਬਰ, ਉਹਦਾ ਬੀਰਬਲ ਨਾਲ ਬੜਾ ਪਿਆਰ ਹੈ।
ਉਹ ਉਹਨੂੰ ਅਲੱਗ ਨਹੀਂ ਹੋਣ ਦਿੰਦਾ, ਹਮੇਸ਼ਾ ਪਿਆਰ ਦੇ ਨਾਲ ਰੱਖਦਾ ਹੈ। ਹੋਣਹਾਰ ਜਬ ਤੇ ਸਿਰ ਆਈ, ਕਹਿਤ ਭਇਓ ਮੈਂ ਕਰੂੰ ਚੜਾਈ। ਜਦੋਂ ਹੋਣੀ ਉਹਦੇ ਸਿਰ ਆਈ ਹੋਏ, ਉਹ ਕਹਿੰਦਾ ਮੈਂ ਵੀ ਹੁਣ ਜਾ ਕੇ ਚੜ੍ਹਾਈ ਕਰਾਂਗਾ। ਸਕਲ ਮਵਾਸ ਤੋਰ ਕਰ ਆਵੋ, ਬਾਰ ਬਾਰ ਕੋ ਝਗਰ ਚੁਕਾਵੋ। ਕਹਿੰਦਾ ਮੈਂ ਜਿੰਨੇ ਵੀ ਰਾਜ ਦੇ ਬਾਗੀ ਨੇ ਉਹਨਾਂ ਤੇ ਚੜ੍ਹਾਈ ਕਰਾਂਗਾ, ਉਹਨਾਂ ਨੂੰ ਮਾਰਾਂਗਾ ਤੇ ਰੋਜ਼ ਰੋਜ਼ ਦਾ ਝੰਜਟ ਹੀ ਮੁਕਾ ਦਿਆਂਗਾ। ਸੁਣ ਅਕਬਰ ਬਹੁ ਭਇਓ ਪ੍ਰਸੰਨ, ਕਹਿਓ ਬੀਰਬਲ ਕੋ ਤੁਮ ਧੰਨ। ਅਕਬਰ ਬੜਾ ਸੁਣ ਕੇ ਪ੍ਰਸੰਨ ਹੋਇਆ ਵੀ ਠੀਕ ਹੈ, ਬੀਰਬਲ ਨੇ ਸੋਚਿਆ ਵੀ ਮੈਂ ਜਾ ਕੇ ਜਿੰਨੇ ਵੀ ਦੇਸ਼ ਦਰੋਹੀ ਨੇ ਉਹਨਾਂ ਨੂੰ ਜਿੱਤ ਕੇ ਆਵਾਂਗਾ। ਤੇ ਅਕਬਰ ਕਹਿੰਦਾ ਹੇ ਬੀਰਬਲ ਤੂੰ ਧੰਨ ਹੈ। ਤੋਹੇ ਗਏ ਬਿਨ ਕਾਜ ਨ ਸਰੈ, ਔਰ ਕੁਮਤ ਕਰ ਕੋਏ ਨ ਅਰੈ। ਇਹ ਤੇਰੇ ਜਾਣ ਤੋਂ ਬਗੈਰ ਜਿਹੜਾ ਕਾਜ ਸਰਨਾ ਨਹੀਂ, ਕਿਉਂਕਿ ਜਿੱਡੀ ਤੇਰੀ ਮਤ ਹੈ ਉਸ ਮਤ ਤੇ ਕੋਈ ਹੋਰ ਨਹੀਂ ਪਹੁੰਚਦਾ ਹੈ। ਬਹੁ ਸੈਨਾ ਇਸ ਸੰਗ ਚੜਾਈ, ਤੋਪ ਰਹਿਤਲਾ ਦੇ ਸਮੁਦਾਈ। ਬੜੀ ਜਿਹੜੀ ਸੈਨਾ ਹੈ ਉਹ ਬੀਰਬਲ ਦੇ ਨਾਲ ਦੇ ਦਿੱਤੀ ਹੈ। ਪਿਖ ਸਮਾਜ ਅਹੰਕਾਰਿਓ ਬ੍ਰਿਪ, ਕਹਿ ਹੱਥੋਂ 70 ਤਨ ਛ੍ਰਿਪ। ਕਹਿੰਦਾ ਹੈ ਹੁਣ ਜਦੋਂ ਨਾਲ ਸੈਨਾ ਵੇਖੀ, ਕਿਉਂਕਿ ਸਾਧ ਸੰਗਤ ਰਾਜ ਨੂੰ ਕੋਈ ਕੋਈ ਖਪਾ ਸਕਦਾ ਹੈ, ਕਿ ਜਿਵੇਂ ਜਿਵੇਂ ਮਨੁੱਖ ਕੋਲ ਧਨ ਆਉਂਦਾ ਜਾਏ ਨਾ, ਉਹ ਧਨ ਨੂੰ ਖਪਾਉਣਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ। ਕਿਉਂਕਿ ਮਨੁੱਖ ਕੋਲ ਥੋੜਾ ਜਿਹਾ ਹੀ ਕੁਛ ਆ ਜਾਏ, ਨਾਲੋਂ ਨਾਲ ਉਹ ਉਗਲਾ ਖਾ ਜਾਂਦਾ ਹੈ। ਰਾਜ ਨੂੰ ਖਪਾਉਣਾ ਕਿਸੇ ਕਿਸਿਆਂ ਦੇ ਹਿੱਸੇ ਆਉਂਦਾ ਹੈ। ਇਹਨੇ ਵੇਖਿਆ ਕਿਉਂਕਿ ਮਨੁੱਖ ਦੇ ਕਿਤੇ 4 ਭਰਾ ਬਰਾਦਰੀ ਵੱਡੀ ਹੋ ਜਾਏ, ਉਹ ਸੋਚਦਾ ਵੀ ਤੇਰੇ ਵਰਗਾ ਹੁਣ ਕੋਈ ਨਹੀਂ। ਹੁਣ ਇਹ ਹੀ ਕੰਮ ਬੀਰਬਲ ਨਾਲ ਹੋ ਗਿਆ। ਬੀਰਬਲ ਦੇ ਨਾਲ ਰਾਜਾ ਨੇ ਸੈਨਾ ਦੇ ਦਿੱਤੀ ਜ਼ਿਆਦਾ, ਹੁਣ ਖਪਦੀ ਨਹੀਂ। ਵੇਖ ਕੇ ਕਹਿੰਦਾ ਹੁਣ ਤੇ ਮੈਂ ਛੱਡਣਾ ਹੀ ਕਿਸੇ ਨੂੰ ਨਹੀਂ। ਗੁਰਬਾਣੀ ਕਹਿੰਦੀ ਹੈ ਜੋ ਆਕਾਸ ਨਾ ਮਾਵਨੀ, 3 ਨੱਕ ਨੱਥਾਂ ਪਾਏ। ਜਿਹੜੇ ਲੋਕ ਦੁਨੀਆ ਤੋਂ ਉੱਤੇ ਚਲੇ ਜਾਂਦੇ ਨੇ ਨਾ, ਜਿਹੜੇ ਦੁਨੀਆ ਨੂੰ ਕੁਛ ਨਹੀਂ ਸਮਝਦੇ, ਫਿਰ ਪ੍ਰਮਾਤਮਾ ਨੂੰ ਉਹਨਾਂ ਨੂੰ ਨੱਥ ਪਾਣੀ ਪੈਂਦੀ ਹੈ। ਇੱਕ ਤੇ ਇਹਨੇ ਜਿਹੜੇ ਆਪ, ਬਾਣੀ ਕਹਿੰਦੀ ਜਿਹੜੇ ਕਿਤੋਂ ਨਹੀਂ ਨਾ ਸਮਝਦੇ, ਫਿਰ ਪ੍ਰਮਾਤਮਾ ਨੂੰ ਸਮਝਾਉਣਾ ਪੈਂਦਾ ਉਹਨਾਂ ਨੂੰ ਕਿਸੇ ਨਾ ਕਿਸੇ ਹਿੱਲੇ ਵਸੀਲੇ ਕਿਸੇ ਤਰੀਕੇ। ਹੁਣ ਇਹ ਬੀਰਬਲ ਕਹਿੰਦਾ ਹੈ ਮੈਂ ਜਿੰਨੇ ਵੈਰੀ ਨੇ, ਜਿੰਨੇ ਉਹਦੇ ਛਤਰੀ ਨੇ, ਉਹਨਾਂ ਨੂੰ ਮਾਰ ਕੇ ਹਟਾਂਗਾ। ਅਕਬਰ ਹਰਕਤ ਬਾਪ ਬਖਾਨਾ, ਲਿਖ ਕਰ ਪਾਨ ਦਿਓ ਪਰਵਾਨਾ। ਅਕਬਰ ਨੇ ਪ੍ਰਸੰਨ ਹੋ ਕੇ ਉਸ ਨੂੰ ਇੱਕ ਚਿੱਠੀ ਲਿਖ ਕੇ ਦਿੱਤੀ ਹੈ। ਖੱਤਰੀ ਜਾਤ ਜੇਤਕ ਜਿਸ ਦੇਸ, ਗ੍ਰਾਮ ਕੇ ਨਗਰ ਬਸੰਤ ਅਸੇਸ। ਕਹਿੰਦਾ ਜਿੱਥੇ ਵੀ ਖੱਤਰੀ ਜਾਤ ਦੇ ਲੋਕ ਨੇ, ਜਿੱਥੇ ਜਿੱਥੇ ਵੀ ਵਸਦੇ ਹਨ, ਇੱਕ ਘਰ ਏਕ ਰਜਪਤਨ ਦੈ ਕੈ, ਮਿਲੇ ਤੋਹੇ ਨਮਰੀ ਸਿਰ ਕਹਿ ਕੈ। ਰਾਜੇ ਨੇ ਲਿਖ ਕੇ ਦਿੱਤਾ ਵੀ ਜਿੱਥੇ ਜਿੱਥੇ ਵੀ ਖੱਤਰੀ ਜਾਤ ਦੇ ਲੋਕ ਵਸਦੇ ਹੋਣ, ਬੀਰਬਲ ਨੂੰ 1 ਰੁਪਈਆ ਦੇ ਕੇ ਮਿਲਣ, ਜਿੱਥੇ ਜਿੱਥੇ ਵੀ ਉਹ ਵਸਦੇ ਹਨ। ਇਮ ਸਭ ਲਿਖਤ ਦਈ ਕਰ ਹਾਥ, ਲਈ ਬੀਰਬਲ ਹੋਏ ਮਦ ਸਾਥ। ਇਹ ਸਾਰੀ ਲਿਖਤ ਲੈ ਕੇ ਬੀਰਬਲ ਚੱਲ ਪਿਆ ਹੈ। ਦਿੱਲੀ ਤੇ ਚੜ ਚੱਲ ਕਰ ਆਇਓ, ਵੱਡ ਲਸ਼ਕਰ ਜੇ ਸੰਗ ਸਿਧਾਇਓ। ਦਿੱਲੀ ਤੋਂ ਲਸ਼ਕਰ ਲੈ ਕੇ ਚੱਲਿਆ, ਹੁਣ ਅੱਗੇ ਆ ਗਿਆ। ਹੁਣ ਸਾਧ ਸੰਗਤ ਇੱਥੋਂ ਤਾਈਂ ਦੀ ਆਪਾਂ ਕਥਾ ਸ਼ਰਵਣ ਕਰਾਂਗੇ। ਕੱਲ ਨੂੰ ਉਹ ਲਸ਼ਕਰ ਲੈ ਕੇ ਗੋਇੰਦਵਾਲ ਸਾਹਿਬ ਵੱਲ ਨੂੰ ਜਾਏਗਾ। ਉੱਥੇ ਵੀ ਕਿਉਂਕਿ ਮਹਾਰਾਜ ਆਪ ਭੱਲੇ ਨੇ, ਜਾਂ ਖੱਤਰੀਆਂ ਦੇ ਬਹੁਤ ਘਰ ਮਹਾਰਾਜ ਦੀ ਸੰਗਤ ਸੀ, ਵਸਦੇ ਨੇ, ਉਹ ਮਹਾਰਾਜ ਜੀ ਦੇ ਕੋਲ ਆਉਣਗੇ। ਫਿਰ ਮਹਾਰਾਜ ਉਹਦਾ ਕੀ ਉਪਰਾਲਾ ਕਰਦੇ ਨੇ, ਇਹ ਆਪਾਂ ਕੱਲ ਦੀ ਸੰਗਤ ਦੇ ਵਿੱਚ ਸੁਣਾਂਗੇ। ਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਨਾਮ ਦੀ ਦਾਤ, ਦੇਹ ਅਰੋਗਤਾ ਦੀ ਦਾਤ ਬਖਸ਼ਣ। ਆਪ ਇਸੇ ਤਰੀਕੇ ਨਾਲ ਸਤ ਸੰਗਤ ਵਿੱਚ ਆ ਕੇ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਦੇ ਰਹੋ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।